ਅਪਾਰ ਕਿਰਪਾ ਕੀਤੀ ਹੈ। ਸਾਨੂੰ ਜੀਵਾਂ ਨੂੰ 84 ਲੱਖ ਜੂਨ ਤੋਂ ਉੱਤਮ ਮਨੁੱਖਾ ਜਨਮ ਬਖਸ਼ਿਸ਼ ਕਰਕੇ ਇਸ ਸੰਸਾਰ ਵਿੱਚ ਭੇਜਿਆ ਹੈ। ਔਰ ਸਤਿਗੁਰਾਂ ਨੇ ਸਾਨੂੰ ਜੋ ਮਾਰਗ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਸਮਝਾਇਆ ਹੈ ਕਿ ਆਪਾਂ ਸਾਰੇ ਇਸ ਮਾਤ ਲੋਕ ਦੇ ਵਿੱਚ ਜੋ ਜਨਮ ਲਿਆ ਹੈ, ਇਹ ਮਨੁੱਖਾ ਸਰੀਰ ਸਾਨੂੰ ਮਿਲਿਆ ਹੈ, ਇਹ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜਿਸ ਤੋਂ ਸਾਡਾ ਮਨ ਭਾਵ ਕਿ ਆਪਾਂ ਜੁਗਾਂ ਜੁਗਾਂ ਤੋਂ ਵਿਛੜੇ ਹਾਂ, ਉਸ ਅਕਾਲ ਪੁਰਖ ਨੂੰ ਮਿਲਣ ਵਾਸਤੇ ਇਹ ਜਿਹੜਾ ਸਾਡਾ ਜਨਮ ਹੋਇਆ ਹੈ। ਤੇ ਮਹਾਰਾਜ ਗੁਰਬਾਣੀ ਵਿੱਚ ਵੀ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਮਝਾਉਂਦੇ ਆ। ਮਹਾਰਾਜ ਕਹਿੰਦੇ ਜਿੰਨੇ ਵੀ ਸਾਰੇ ਜੀਵ ਨੇ ਸਾਰਿਆਂ ਵਿੱਚ ਹੀ ਅਕਾਲ ਪੁਰਖ ਦੀ ਜੋਤ ਹੈ, ਸਾਰਿਆਂ ਵਿੱਚ ਅਕਾਲ ਪੁਰਖ ਪਰਮਾਤਮਾ ਆਪ ਵਸਦਾ ਹੈ। ਪਰਮਾਤਮਾ ਦੀ ਜੋਤ ਤੋਂ ਬਗੈਰ ਕੋਈ ਵੀ ਸਰੀਰ ਖਾਲੀ ਨਹੀਂ ਆ। 84 ਲੱਖ ਜੂਨ ਆ, ਉਹਦੇ ਵਿੱਚ ਮਨੁੱਖਾ ਜਨਮ ਵੀ ਆਉਂਦਾ ਆ। ਇਹ ਨਹੀਂ ਕਿ ਸਿਰਫ ਮਨੁੱਖ ਵਿੱਚ ਹੀ ਉਹ ਪਰਮਾਤਮਾ ਦੀ ਜੋਤ ਵਰਤਦੀ ਹੈ। 84 ਲੱਖ ਜੂਨ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੀ ਆ, ਔਰ ਉਹਨਾਂ ਦੇ ਵਿੱਚ ਇਹ ਜੋਤ ਵੀ ਆ, ਕਿਉਂਕਿ ਜੋਤ ਇਹੋ ਰਹਿੰਦੀ ਆ, ਸਿਰਫ ਇਸ ਜੋਤ ਦਾ ਇੱਕ ਕੱਪੜਾ ਬਦਲਿਆ ਜਾਂਦਾ, ਸਰੀਰ ਬਦਲਿਆ ਜਾਂਦਾ। ਜਿਹਨੂੰ ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਣਾ ਕਰਦੇ ਆ। ਮਹਾਰਾਜ ਦੱਸਦੇ ਆ ਜੋਤ ਓਹਾ ਜੁਗਤ ਸਾਈ ਸਹਿ ਕਾਇਆ ਫਿਰ ਪਲਟੀ ਆ। ਇਨਸਾਨ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਾਕੀ ਜਨਮਾਂ ਜੂਨਾਂ ਵਿੱਚ ਵੀ ਆ। ਆਪਾਂ ਦੇਖਿਆ ਕਾਮ ਵਾਸ਼ਨਾ ਭੋਗਦੇ ਆ ਜਾਨਵਰ, ਪੰਛੀ, ਕ੍ਰੋਧ ਵੀ ਕਰਦੇ ਆ, ਝਗੜਾ, ਇੱਕ ਦੂਸਰੇ ਨਾਲ ਲੜਾਈ ਝਗੜਾ ਕਰਦੇ ਆ। ਤਾਂ ਹੀ ਸਤਿਗੁਰੂ ਗੁਰਬਾਣੀ ਦੁਆਰਾ ਆਪਾਂ ਨੂੰ ਗਿਆਨ ਦਿੰਦੇ ਆ ਕਿ ਸਮਝਣ ਦੀ ਲੋੜ ਆ। ਜਿਸ ਦਿਨ ਆਪਾਂ ਗੁਰਬਾਣੀ ਨੂੰ ਪੜ੍ਹਦੇ ਹੋਏ ਸਮਝਣਾ ਸ਼ੁਰੂ ਕਰ ਲਿਆ ਕਿ ਮਨ ਇਹੋ ਰਹਿੰਦਾ, ਇਹਦੇ ਜਨਮ, ਇਹਦੇ ਸਰੀਰ ਵੱਖਰੇ ਵੱਖਰੇ ਮਿਲ ਜਾਂਦੇ ਇਹਨੂੰ ਭੋਗਣ ਵਾਸਤੇ। ਫਿਰ ਅਕਾਲ ਪੁਰਖ ਜੀ ਪਿਤਾ ਵਾਹਿਗੁਰੂ ਸਾਡੇ ਤੇ ਤਰਸ ਕਰਦੇ ਆ, ਕਿਰਪਾ ਕਰਦੇ ਆ। ਸਾਨੂੰ ਇਸ ਮਨੁੱਖਾ ਜਨਮ ਦੁਆਰਾ ਫਿਰ ਇੱਕ ਮੌਕਾ ਬਖਸ਼ਿਸ਼ ਕੀਤਾ ਜਾਂਦਾ, ਸਾਨੂੰ ਇੱਕ ਮੌਕਾ ਦਿੱਤਾ ਜਾਂਦਾ ਆ, ਇੱਕ ਵਾਰੀ ਦਿੱਤੀ ਜਾਂਦੀ ਆ ਕਿ ਪਹਿਲੀ ਵਾਰ ਤੁਸੀਂ ਪਹਿਲੋਂ ਵੀ ਕਈ ਵਾਰੀਆਂ ਲੈ ਚੁੱਕੇ ਹੋ, ਨਹੀਂ ਮਿਲੇ, ਇੱਕ ਵਾਰ ਫਿਰ ਤੁਹਾਨੂੰ ਮੌਕਾ ਦਿੱਤਾ ਜਾਏਗਾ। ਤਾਂ ਹੀ ਤੇ ਮਹਾਰਾਜ ਗੁਰਬਾਣੀ ਸਮਝਾਉਂਦੇ, ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਆ, ਇਹ ਤੇਰੀ ਅਵਸਰ, ਇਹ ਤੇਰੀ ਬਾਰ। ਮਹਾਰਾਜ ਕਹਿੰਦੇ ਇੱਕ ਅਵਸਰ ਮਿਲਿਆ, ਤੈਨੂੰ ਮੌਕਾ ਮਿਲਿਆ, ਇੱਕ ਵਾਰੀ ਮਿਲੀ ਆ। ਘਟ ਭੀਤਰ ਤੂੰ ਦੇਖ ਵਿਚਾਰ, ਕਹੋ ਕਬੀਰ ਜੀਤ ਕੇ ਹਾਰ। ਕਿ ਇਹ 84 ਲੱਖ ਜੂਨ ਤੋਂ ਬਾਅਦ ਇੱਕ ਮੌਕਾ ਮਿਲਿਆ। ਹੁਣ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਜਿੰਨੇ ਵੀ ਸੰਸਾਰ ਵਿੱਚ ਜੀਵ ਜੰਤੂ ਨੇ, ਚਾਹੇ ਮਨੁੱਖ ਆ, ਚਾਹੇ ਪੰਛੀ, ਚਾਹੇ ਜਾਨਵਰ, ਚਾਹੇ ਵਨਸਪਤੀ ਆ, ਉਹਨਾਂ ਵਿੱਚ ਮਾਲਕ ਦੀ ਜੋਤ ਹੈ, ਸਤਿਗੁਰ ਦੀ ਜੋਤ ਹੈ। ਸਤਿਗੁਰ ਤੋਂ ਬਗੈਰ ਕੋਈ ਵੀ ਨਹੀਂ ਆ ਸੰਸਾਰ ਵਿੱਚ। ਤਾਂ ਹੀ ਮਹਾਰਾਜ ਅੱਜ ਦੇ ਪਾਵਨ ਬਚਨਾਂ ਵਿੱਚ ਕਹਿੰਦੇ ਆ, ਕਹਿੰਦੇ ਸਤਿਗੁਰ ਤੇ ਖਾਲੀ ਕੋ ਨਹੀਂ, ਮੇਰਾ ਪ੍ਰਭ ਮੇਲ ਮਿਲਾਏ। ਕਹਿੰਦੇ ਸਤਿਗੁਰੂ ਪਰਮਾਤਮਾ ਤੋਂ ਬਗੈਰ ਕੋਈ ਵੀ ਜੀਵ ਨਹੀਂ ਹੈਗਾ ਜਿਹਦੇ ਅੰਦਰ ਪਰਮਾਤਮਾ ਨਾ ਵਸਦਾ ਹੋਵੇ। ਉਹ ਅਲੱਗ ਚੀਜ਼ ਆ ਕਿ ਕੋਈ ਜੀਵ ਆਪਣੇ ਆਪ ਦੀ ਪਹਿਚਾਣ ਕਰ ਲੈਂਦੇ ਕਿ ਮੈਂ ਉਹਦਾ ਹੀ ਰੂਪ ਆ, ਨਿਰੰਕਾਰ ਦਾ ਰੂਪ ਆ। ਤੇ ਕੁਛ ਜੀਵ ਜਿਹੜੇ ਨੇ ਉਹ ਨਾ ਪਹਿਚਾਣ ਕਰਦੇ, ਕਿਉਂਕਿ ਸੰਗਤ ਵਿੱਚ ਆ ਕੇ ਉਹਨਾਂ ਗੁਰਬਾਣੀ ਤੋਂ ਸੋਝੀ ਗਿਆਨ ਨਹੀਂ ਲਿਆ, ਸਿਮਰਨ ਕੀਤਾ ਨਹੀਂ, ਜਪਿਆ ਨਹੀਂ। ਤਾਂ ਹੀ ਮਨ ਸੁੱਤਾ ਹੋਇਆ, ਜਿਹੜਾ ਮਹਾਰਾਜ ਕਹਿੰਦੇ ਆ ਵੀ ਆਪਣੇ ਆਪ ਦਾ ਹੀ ਗਿਆਨ ਨਹੀਂ ਲੈ ਰਿਹਾ ਕਿ ਮੈਂ ਉਸ ਪਰਮਾਤਮਾ ਦੀ ਵੰਸ਼ ਹਾਂ, ਮੈਂ ਉਸ ਨਿਰੰਕਾਰ ਦੀ ਜੋਤ ਹਾਂ, ਤੇ ਮੇਰੇ ਅੰਦਰ ਉਹ ਆਪ ਹੀ ਵਸਦਾ ਹੈ। ਬਾਹਰ ਵੀ ਆ ਚਾਰ ਛੁਫੇਰੇ, ਤੇ ਮੇਰੇ ਅੰਦਰ ਵੀ ਵਸਦਾ ਆ। ਮਹਾਰਾਜ ਕਹਿੰਦੇ ਸਤਿਗੁਰ ਤੇ ਖਾਲੀ ਕੋ ਨਹੀਂ, ਮੇਰਾ ਪ੍ਰਭ ਮੇਲ ਮਿਲਾਏ। ਮਹਾਰਾਜ ਕਹਿੰਦੇ ਲੇਕਿਨ ਹੁਣ ਕਈ ਜੀਵ ਕੀ ਕਰਦੇ ਆ ਵੀ ਸਿਮਰਨ ਕਰਦੇ ਆ, ਗੁਰਬਾਣੀ ਪੜ੍ਹਦੇ ਆ, ਉਹਨਾਂ ਨੂੰ ਫਿਰ ਐਸੇ ਪਰਮਾਤਮਾ ਨਿਰੰਕਾਰ ਦੇ ਕਈ ਜੀਵਾਂ ਨੂੰ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ, ਤੇ ਫਿਰ ਉਹ ਉਸ ਪਰਮਾਤਮਾ ਦੇ ਦਰਸ਼ਨ ਦੇ ਬਦਲੇ ਸੰਸਾਰ ਦਾ ਫਲ ਮੰਗਣਾ ਸ਼ੁਰੂ ਕਰ ਦਿੰਦੇ ਆ। ਧੀ ਪੁੱਤ ਮੰਗ ਲਿਆ, ਪੈਸਾ ਧੇਲਾ ਮੰਗ ਲਿਆ। ਮਹਾਰਾਜ ਕਹਿੰਦੇ ਇੱਥੋਂ ਤੱਕ ਕਿ ਸਰੀਰ ਦੇ ਰੋਗ ਠੀਕ ਕਰਨ ਦਾ ਵੀ ਉਹ ਆਪਣਾ ਫਲ ਜਿਹੜਾ ਇਹਦੇ ਵਿੱਚ ਗਵਾ ਦਿੰਦੇ ਆ। ਪਰਮਾਤਮਾ ਫਲ ਜ਼ਰੂਰ ਦਿੰਦਾ, ਨਿਰਾਸ਼ ਨਹੀਂ ਹੋਣਾ ਕਿ ਉਹ ਦਿੰਦਾ ਨਹੀਂ। ਗੁਰਬਾਣੀ ਪੜ੍ਹਦੇ ਆ,
ਇਹਦੇ ਬਦਲੇ ਫਲ ਮਿਲਦਾ, ਚਾਹੇ ਸਰੀਰ ਦਾ ਰੋਗ ਠੀਕ ਕਰ ਲਓ, ਚਾਹੇ ਧਨ ਦੌਲਤ ਦੀ ਪ੍ਰਾਪਤੀ ਕਰ ਲਓ। ਪਰ ਇਹ ਸਭ ਕੁਝ ਕਰਨਾ ਕਿਉਂ ਆ? ਮਹਾਰਾਜ ਕਹਿੰਦੇ ਸਤਿਗੁਰ ਕਾ ਦਰਸ਼ਨ ਸਫਲ ਹੈ, ਜੇਹਾ ਕੋ ਇਛੇ ਤੇਹਾ ਫਲ ਪਾਏ। ਜਿੱਦਾਂ ਦੀ ਇੱਛਾ ਲੈ ਕੇ ਮਨ ਦੇ ਵਿੱਚ ਅਸੀਂ ਉਸ ਨਿਰੰਕਾਰ ਨੂੰ ਧਿਆਉਂਦੇ ਆ, ਗੁਰਬਾਣੀ ਪੜ੍ਹਦੇ ਆ, ਜਿੱਦਾਂ ਦੀ ਮਨ ਵਿੱਚ ਇੱਛਾ ਹੁੰਦੀ ਆ ਉਹ ਫਲ ਮਿਲਦਾ ਜ਼ਰੂਰ ਆ। ਪਰ ਮਹਾਰਾਜ ਕਹਿੰਦੇ ਆ ਕਿ ਸੰਸਾਰ ਦੇ ਫਲ ਦਾ ਤੇ ਸਾਨੂੰ ਫਾਇਦਾ ਹੀ ਕੋਈ ਨਹੀਂ, ਕਿਉਂਕਿ ਇਹਦਾ ਇੰਨਾ ਕੁ ਜ਼ਰੂਰ ਫਾਇਦਾ ਆ ਕਿ ਸੰਸਾਰ ਵਿੱਚ ਸਾਨੂੰ ਧਨ ਵੀ ਚਾਹੀਦਾ ਤੇ ਪਦਾਰਥ ਵੀ ਚਾਹੀਦਾ। ਉਹ ਅਕਾਲ ਪੁਰਖ ਜਿਵੇਂ ਸਾਡੀ ਲਿਖਤ ਲਿਖੀ ਆ ਉਹਨਾਂ ਤੇ ਉਹਨੇ ਦੇਈ ਜਾਣਾ ਆ, ਉਹਨੇ ਖਤਮ ਨਹੀਂ ਕਰਨਾ, ਬੰਦ ਨਹੀਂ ਕਰਨਾ। ਕਿਸੇ ਨੂੰ ਵੱਧ ਮਿਲ ਜਾਂਦਾ, ਕਿਸੇ ਨੂੰ ਘੱਟ ਮਿਲ ਜਾਂਦਾ, ਉਹ ਪਿਛਲੇ ਪੂਰਬਲੇ ਕਰਮਾਂ ਦੀ ਕਮਾਈ ਦੇ ਮੁਤਾਬਕ ਆ। ਪਰ ਹੁਣ ਜਿਹੜੀ ਅਸੀਂ ਕਮਾਈ ਕਰਦੇ ਆ ਇਹਦੇ ਬਦਲੇ ਵੀ ਅਸੀਂ ਸੰਸਾਰ ਦੀਆਂ ਵਸਤੂਆਂ ਮੰਗੀ ਜਾਂਦੇ ਆ। ਮਹਾਰਾਜ ਤਾਂ ਹੀ ਕਹਿੰਦੇ ਸਤਿਗੁਰ ਕਾ ਦਰਸ਼ਨ ਸਫਲ ਹੈ, ਜਿਹਾ ਕੋ ਇੱਛੇ ਤੇਹਾ ਫਲ ਪਾਏ। ਹੁਣ ਮਹਾਰਾਜ ਇੱਥੇ ਸਾਨੂੰ ਇੱਕ ਗੱਲ ਹੋਰ ਸਮਝਾਉਂਦੇ ਆ। ਸਤਿਗੁਰੂ ਕਹਿੰਦੇ ਜਿੱਦਾਂ ਦੀ ਤੁਸੀਂ ਇੱਛਾ ਰੱਖਦੇ ਹੋ ਫਲ ਤੇ ਮਿਲਦਾ ਆ, ਪਰ ਸੱਚ ਜਾਣਿਓ ਮਨ ਫਿਰ ਵੀ ਰੱਜਦਾ ਨਹੀਂ, ਮਨ ਫਿਰ ਵੀ ਭੁੱਖੇ ਦਾ ਭੁੱਖਾ ਹੀ ਰਹਿੰਦਾ। ਜੇ ਇੱਕ ਚੀਜ਼ ਮੰਗ ਲਈ ਨਾ, ਅਗਲੀ ਵਾਰੀ ਫਿਰ ਇਸ ਮਨ ਨੇ ਸਿਮਰਨ ਕਰਕੇ, ਇਸ ਜੀਵ ਨੇ ਬਾਣੀ ਪੜ੍ਹ ਕੇ ਦੁਬਾਰਾ ਫਿਰ ਕਿਸੇ ਨਾ ਕਿਸੇ ਚੀਜ਼ ਦੀ ਇੱਛਾ ਜ਼ਰੂਰ ਮਾਲਕ ਤੋਂ ਰੱਖਣੀ ਆ, ਕਿਉਂਕਿ ਇਹਦੀ ਤ੍ਰਿਸ਼ਨਾ ਖਤਮ ਨਹੀਂ ਹੁੰਦੀ ਮਨ ਦੀ। ਜਿਹੜਾ ਸਾਡਾ ਮਨ ਆ, ਸਤਿਗੁਰ ਕਹਿੰਦੇ ਇਹਦੀ ਤ੍ਰਿਸ਼ਨਾ, ਇਹਦੀ ਭੁੱਖ ਕਦੋਂ ਖਤਮ ਹੁੰਦੀ ਆ? ਜਦੋਂ ਮਹਾਰਾਜ ਕਹਿੰਦੇ ਆ ਇਹ ਗੁਰੂ ਦਾ ਸ਼ਬਦ ਧਿਆਉਂਦਾ ਧਿਆਉਂਦਾ ਅੰਦਰੋਂ ਅੰਮ੍ਰਿਤ ਨੂੰ ਪ੍ਰਾਪਤ ਕਰ ਜਾਂਦਾ ਆ, ਕਿਉਂਕਿ ਮਨ ਦੀ ਭੁੱਖ ਕਦੋਂ ਲੱਥਦੀ ਆ। ਹੁਣ ਜਿਵੇਂ ਦੇਖੋ, ਸਰੀਰ ਨੂੰ ਭੁੱਖ ਲੱਗੀ ਆ ਪ੍ਰਸ਼ਾਦੇ ਪਾਣੀ ਦੀ, ਤੇ ਹੁਣ ਕੱਪੜੇ ਨੂੰ ਭੁੱਖ ਨਹੀਂ ਲੱਗਦੀ, ਕਿਉਂਕਿ ਕੱਪੜੇ ਦੀ ਭੁੱਖ ਕੀ ਆ? ਕੱਪੜੇ ਦੀ ਭੁੱਖ ਆ ਸਾਬਣ ਤੇ ਸਰਫ, ਮਤਲਬ ਕਿ ਸਾਫ਼ ਹੋਣਾ। ਸਰੀਰ ਦੀ ਭੁੱਖ ਆ ਪਦਾਰਥ, ਮਨ ਦੀ ਭੁੱਖ ਆ ਗੁਰੂ ਦਾ ਸ਼ਬਦ ਨਾਮ। ਹੁਣ ਇੱਥੇ ਮਹਾਰਾਜ ਕਹਿੰਦੇ ਆ ਕਿ ਮਨ ਜਿਹੜਾ ਆ ਉਹ ਮੰਗੀ ਜਾਂਦਾ, ਇਹਦੀ ਭੁੱਖ ਨਹੀਂ ਮਿਟਦੀ, ਪਰ ਉਹ ਸਰੀਰ ਦੀਆਂ ਚੀਜ਼ਾਂ ਪੂਰੀਆਂ ਕਰੀ ਜਾਂਦਾ ਹੈ ਜੋ ਸਰੀਰ ਦੇ ਕੰਮ ਆਉਣੀਆਂ। ਜਿਹੜੀਆਂ ਮਨ ਦੇ ਕੰਮ ਆਉਣੀਆਂ ਚੀਜ਼ਾਂ ਉਹ ਕਦੀ ਮੰਗਦਾ ਹੀ ਨਹੀਂ। ਤਾਂ ਹੀ ਮਹਾਰਾਜ ਅੱਜ ਦੇ ਪਾਵਨ ਬਚਨਾਂ ਵਿੱਚ ਕਹਿੰਦੇ ਆ, ਗੁਰ ਕਾ ਸ਼ਬਦ ਅੰਮ੍ਰਿਤ ਹੈ, ਸਭ ਤ੍ਰਿਸ਼ਨਾ ਭੁੱਖ ਗਵਾਈ। ਮਹਾਰਾਜ ਕਹਿੰਦੇ ਜਿਹੜਾ ਜੀਵ ਆਪਣੀ ਰਸਨਾ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ, ਉਹਦੇ ਮਨ ਦੀ ਭੁੱਖ ਖਤਮ ਹੁੰਦੀ ਆ। ਪਰ ਸਾਡੇ ਮਨ ਦੀ ਭੁੱਖ ਖਤਮ ਹੁੰਦੀ ਨਹੀਂ। ਕਿਉਂ? ਕਿਉਂਕਿ ਅਸੀਂ ਗੁਰੂ ਦਾ ਸਿਮਰਨ ਕਰਦੇ ਹਾਂ ਸੰਸਾਰ ਦੀ ਚੀਜ਼ ਵਾਸਤੇ, ਗੁਰੂ ਦੀ ਬਾਣੀ ਪੜ੍ਹਦੇ ਹਾਂ ਦੁਨਿਆਵੀ ਚੀਜ਼ਾਂ ਦੀ ਪ੍ਰਾਪਤੀ ਵਾਸਤੇ। ਤੇ ਮਹਾਰਾਜ ਕਹਿੰਦੇ ਤ੍ਰਿਸ਼ਨਾ ਵੱਧਦੀ ਜਾਂਦੀ, ਭੁੱਖ ਵੱਧਦੀ ਜਾਂਦੀ, ਜਿਵੇਂ ਕਿ ਦੁਨਿਆਵੀ ਰੂਪ ਵਿੱਚ ਸਾਡਾ ਕਹਿ ਲਈਏ ਲਾਲਚ ਵਧੀ ਜਾਂਦਾ। ਸਤਿਗੁਰੂ ਅੱਗੇ ਪਾਵਨ ਬਚਨਾਂ ਵਿੱਚ ਸਮਝਾਉਂਦੇ ਆ, ਕਹਿੰਦੇ ਉਹ ਜਿਹੜਾ ਅੰਮ੍ਰਿਤ ਆ, ਜਿਹਨੂੰ ਹਰ ਰਸ ਵੀ ਕਹਿ ਦਿੱਤਾ, ਮਹਾਰਾਜ ਕਹਿੰਦੇ ਹੁਣ ਦੇਖੋ ਜਿਵੇਂ ਜੀਵ ਨੂੰ ਭੁੱਖ ਲੱਗੀ ਹੋਵੇ ਨਾ, ਉਹਨੇ ਪੇਟ ਭਰ ਕੇ ਪੂਰਾ ਖਾਣਾ ਖਾਧਾ ਹੋਵੇ, ਪ੍ਰਸ਼ਾਦਾ ਛਕਿਆ ਹੋਵੇ, ਕੋਈ ਵਸਤੂ ਚੀਜ਼ ਖਾਧੀ ਹੋਵੇ, ਤੇ ਜੇ ਉਹਨੂੰ ਦੁਬਾਰਾ ਕਹਿ ਦਈਏ ਵੀ ਉਹ ਫਲਾਣੀ ਚੀਜ਼ ਛਕ ਲਾ, ਉਹਨੇ ਕਹਿਣਾ ਨਹੀਂ ਮੇਰੀ ਤ੍ਰਿਸ਼ਨਾ ਖਤਮ ਹੋ ਗਈ, ਭਾਵ ਕਿ ਮੇਰੀ ਭੁੱਖ ਮਿਟ ਗਈ, ਮੈਨੂੰ ਹੁਣ ਕਿਸੇ ਚੀਜ਼ ਦੀ ਭੁੱਖ ਨਹੀਂ, ਢਿੱਡ ਭਰ ਗਿਆ। ਜਿਹੜਾ ਮਨ ਆ, ਸ਼ਬਦ ਤੋਂ ਬਗੈਰ, ਅੰਮ੍ਰਿਤ ਤੋਂ ਬਗੈਰ ਉਹਦਾ ਢਿੱਡ ਨਹੀਂ ਭਰਦਾ, ਮਨ ਦਾ, ਮਨ ਰੱਜਦਾ ਨਹੀਂ, ਮਨ ਮੰਗੀ ਜਾਂਦਾ ਸੰਸਾਰ ਦੀਆਂ ਚੀਜ਼ਾਂ। ਤੇ ਮਹਾਰਾਜ ਕੀ ਕਹਿੰਦੇ ਆ? ਕਹਿੰਦੇ ਹਰ ਰਸ ਪੀ ਸੰਤੋਖ ਹੋਆ। ਕਹਿੰਦੇ ਜਦੋਂ ਸਿਮਰਨ ਆਪਾਂ ਅਭਿਆਸ ਕਰਦੇ ਆ ਨਾ, ਵਾਹ ਗੁਰੂ 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 ਵਾਹ ਗੁਰੂ। ਮਹਾਰਾਜ ਕਹਿੰਦੇ ਜਦੋਂ ਇਸ ਤਰੀਕੇ ਨਾਲ ਆਪਾਂ ਉਸ ਅਕਾਲ ਪੁਰਖ ਦਾ ਸਿਮਰਨ ਕਰਦੇ ਹਾਂ, ਨਾਮ ਧਿਆਉਂਦੇ ਹਾਂ, ਤੇ ਅੰਦਰੋਂ ਇੱਕ ਰਸ ਨਿਕਲਦਾ ਸਾਡੇ ਅੰਦਰੋਂ, ਜਿਸ ਨੂੰ ਹਰ ਰਸ ਕਹਿ ਦਿੰਦੇ ਆ। ਮਹਾਰਾਜ ਕਹਿੰਦੇ ਹਰ ਰਸ ਪੀਣ ਦੇ ਨਾਲ ਮਨ ਨੂੰ ਸੰਤੋਖ ਆਉਂਦਾ ਤੇ ਮਨ ਅਮਰ ਹੋ ਜਾਂਦਾ ਉਸ ਅੰਮ੍ਰਿਤ ਨੂੰ ਪੀ ਕੇ। ਕਿਉਂਕਿ ਸਤਿਗੁਰੂ ਦੀ ਗੁਰਬਾਣੀ ਦਾ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਸੁਣਦੇ ਹਾਂ
ਕਿ ਜਿਸ ਜੀਵ ਨੇ ਅੰਦਰੋਂ ਕੱਢ ਕੇ ਸਿਮਰਨ ਕਰਕੇ ਅੰਦਰੋਂ ਹਰੀ ਦਾ ਰਸ ਕੱਢ ਕੇ ਅਜੇ ਤੱਕ ਪੀਤਾ ਹੀ ਨਹੀਂ, ਮਨ ਦੀ ਖੁਰਾਕ ਜਿਹੜੀ ਆ, ਮਹਾਰਾਜ ਕਹਿੰਦੇ ਉਹ ਜੀਵ ਭਾਗਾਂ ਤੋਂ ਹੀਣਾ ਹੁੰਦਾ ਆ ਤੇ ਉਹ ਜਮਾਂ ਦੇ ਵਸ ਵਿੱਚ ਚਲਿਆ ਜਾਂਦਾ। ਆਪਾਂ ਰੋਜ਼ ਬਾਣੀ 'ਚ ਪੜ੍ਹਦੇ ਆ, ਜਿਨ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ। ਉਹ ਜਮਾਂ ਦੇ ਵਸ ਵਿੱਚ ਆ, ਭਾਗਾਂ ਤੋਂ ਹੀਣੇ ਜਿਨ੍ਹਾਂ ਨੇ ਅਜੇ ਤੱਕ ਰਸ ਕੱਢ ਕੇ ਪੀਤਾ ਨਹੀਂ ਅੰਦਰੋਂ। ਮਹਾਰਾਜ ਕਹਿੰਦੇ ਹਰ ਰਸ ਪੀ ਸੰਤੋਖ ਹੋਆ। ਕਹਿੰਦੇ ਮਨ ਦੀ ਭੁੱਖ ਕਦੋਂ ਮਿਟੀ? ਜਦੋਂ ਅੰਦਰੋਂ ਸਿਮਰਨ ਕਰਕੇ ਅਭਿਆਸ ਕਰਕੇ ਗੁਰਮੰਤਰ ਜਪਦੇ ਨੇ, ਅੰਦਰੋਂ ਆਪਣੀ ਤ੍ਰਿਸ਼ਨਾ ਖਤਮ ਕਰਨ ਵਾਲੀ ਚੀਜ਼ ਪ੍ਰਗਟ ਕਰ ਲਈ ਅੰਦਰੋਂ। ਹਰ ਰਸ ਪੀ ਸੰਤੋਖ ਹੋਆ, ਸੱਚ ਵਸਿਆ ਮਨ ਆਏ। ਸੱਚ ਦਾ ਮਤਲਬ ਵਾਹਿਗੁਰੂ, ਅਕਾਲ ਪੁਰਖ, ਉਹ ਪਰਮੇਸ਼ਰ, ਉਹ ਪਰਮਾਤਮਾ ਜਿਸ ਨੂੰ ਆਪਾਂ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਭੀ ਸੱਚ ਕਹਿੰਦੇ ਹਾਂ। ਸੱਚ ਦਾ ਮਤਲਬ ਵਾਹਿਗੁਰੂ। ਕਹਿੰਦੇ ਜਪਦੇ ਜਦੋਂ ਸਾਨੂੰ ਹਰੀ ਦਾ ਰਸ ਅੰਦਰੋਂ ਆਉਣਾ ਸ਼ੁਰੂ ਹੋ ਜਾਂਦਾ ਨਾ, ਉਦੋਂ ਹਰੀ ਆਪ ਹੀ ਆ ਕੇ ਫਿਰ ਮਨ ਵਿੱਚ ਵੀ ਵਸ ਜਾਂਦਾ, ਉਹ ਅਕਾਲ ਪੁਰਖ ਵਾਹਿਗੁਰੂ। ਮਹਾਰਾਜ ਕਹਿੰਦੇ ਹਰ ਰਸ ਪੀ ਸੰਤੋਖ ਹੋਆ, ਸੱਚ ਵਸਿਆ ਮਨ ਆਈ। ਤੇ ਫਿਰ ਕੀ ਹੋਇਆ? ਮਹਾਰਾਜ ਕਹਿੰਦੇ ਜਦੋਂ ਸਾਨੂੰ ਹਰੀ ਦਾ ਰਸ ਆ ਗਿਆ, ਅੰਦਰ ਵਸ ਗਿਆ, ਉਹਦੀ ਨਿਸ਼ਾਨੀ ਕੀ? ਕਿ ਸਾਡੇ ਅੰਦਰ ਪਰਮਾਤਮਾ ਵਸ ਗਿਆ। ਕਿਉਂਕਿ ਸਾਨੂੰ ਕੀ ਪਤਾ, ਕਿਵੇਂ ਪਤਾ ਲੱਗੇਗਾ ਕਿ ਪਰਮਾਤਮਾ ਸਾਡੇ ਅੰਦਰ ਕਿਵੇਂ ਵਸਿਆ? ਕੋਈ ਉਹਦੀ ਨਿਸ਼ਾਨੀ ਵੀ ਤਾਂ ਹੋਣੀ ਚਾਹੀਦੀ ਹੈ ਨਾ। ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਉਸ ਨਿਰੰਕਾਰ ਦੀ ਨਿਸ਼ਾਨੀ ਦੱਸ ਰਹੇ ਆ ਕਿ ਜਦੋਂ ਤੁਹਾਡੇ ਅੰਦਰ ਵਸ ਗਿਆ, ਉਹਦੀ ਨਿਸ਼ਾਨੀ ਕੀ ਹੋਏਗੀ? ਮਹਾਰਾਜ ਕਹਿੰਦੇ ਸੱਚ ਧਿਆਏ ਅਮਰਾ ਪਦ ਪਾਇਆ, ਅਨਹਦ ਸ਼ਬਦ ਵਜਾਏ। ਮਹਾਰਾਜ ਕਹਿੰਦੇ ਆ ਜਦੋਂ ਸੱਚ ਨੂੰ, ਵਾਹਿਗੁਰੂ ਨੂੰ ਧਿਆਓਗੇ, ਧਿਆਉਣ ਦਾ ਮਤਲਬ ਸਿਮਰਨ ਕਰੋਗੇ, ਜਪੋਗੇ, ਤੁਹਾਡੇ ਅੰਦਰ ਅਨਹਦ ਸ਼ਬਦ ਵੱਜਣੇ ਸ਼ੁਰੂ ਹੋ ਜਾਣਗੇ। ਇਹਨਾਂ ਕੰਨਾਂ ਦੇ ਨਾਲ ਮਨ ਜਿਹੜਾ ਆ ਉਹ ਅੰਦਰੋਂ ਅਨਹਦ ਸ਼ਬਦਾਂ ਨੂੰ ਸੁਣਨਾ ਸ਼ੁਰੂ ਹੋ ਜਾਏਗਾ। ਸੱਚ ਧਿਆਏ ਅਮਰਾ ਪਦ ਪਾਇਆ। ਅਮਰਾ ਪਦ ਮਤਲਬ ਅਮਰ ਹੋਣ ਵਾਲੀ ਅਵਸਥਾ ਪਾ ਜਾਂਦਾ ਮਨ ਉਦੋਂ। ਅਮਰਾ ਪਦ ਪਾਇਆ ਅਨਹਦ ਸ਼ਬਦ ਵਜਾਏ। ਇਹ ਨਿਸ਼ਾਨੀ ਉਸ ਘਰ ਦੀ, ਇਹ ਨਿਸ਼ਾਨੀ ਉਸ ਪਰਮਾਤਮਾ ਦੀ ਕਿ ਜਦੋਂ ਸਾਡੇ ਅੰਦਰ ਅਕਾਲ ਪੁਰਖ ਵਾਹਿਗੁਰੂ ਵਸ ਜਾਂਦਾ, ਅਨਹਦ ਸ਼ਬਦ ਵੱਜਣੇ ਸ਼ੁਰੂ ਹੋ ਜਾਂਦੇ ਆ। ਤੇ ਮਹਾਰਾਜ ਕਹਿੰਦੇ ਆ ਕਿਹੜਾ ਪਰਮਾਤਮਾ ਸਾਡੇ ਅੰਦਰ ਵਸਦਾ? ਕਹਿੰਦੇ ਜਿਹੜਾ ਦਸਾਂ ਦਿਸ਼ਾ ਦੇ ਵਿੱਚ, ਭਾਵ ਕਿ ਚਾਰ ਚੁਫੇਰੇ ਹੀ ਜਿਹਦਾ ਪਸਾਰਾ ਹੋਇਆ ਆ। ਮਹਾਰਾਜ ਕਹਿੰਦੇ ਸੱਚੋ ਦਹਿ ਦਿਸ ਪਸਰਿਆ। ਸੱਚੋ ਸੱਚ ਵਾਹਿਗੁਰੂ, ਦਸਾਂ ਦਿਸ਼ਾ ਦਾ ਮਤਲਬ ਚਾਰ ਚੁਫੇਰੇ, ਹਰ ਇੱਕ ਜਗ੍ਹਾ ਵਿੱਚ ਉਹਦਾ ਪਸਾਰਾ ਪਸਰਿਆ ਹੋਇਆ। ਸੱਚੋ ਦਹਿ ਦਿਸ ਪਸਰਿਆ, ਗੁਰ ਕੈ ਸਹਿਜ ਸੁਭਾਏ। ਜਦੋਂ ਸਾਡਾ ਮਨ ਜਪਦਾ ਹੋਇਆ ਐਸੀ ਸਹਿਜ ਅਵਸਥਾ ਵਿੱਚ ਚਲਾ ਜਾਂਦਾ ਆ, ਜਦੋਂ ਇਹਨੂੰ ਸੁੱਖ ਮਿਲਦਾ ਆ, ਐਸੀ ਅਵਸਥਾ ਵਿੱਚ ਚਲਾ ਜਾਂਦਾ ਆ। ਤੇ ਮਹਾਰਾਜ ਕਹਿੰਦੇ ਆ ਬਹੁਤ ਜੀਵ ਇੱਥੇ ਕਹਿੰਦੇ ਆ ਨਾ, ਅਸੀਂ ਨਾਮਦਾਨ ਲਿਆ ਪਰ ਅਸੀਂ ਦੱਸਣਾ ਨਹੀਂ। ਜਿਹੜੇ ਰੱਬ ਨੂੰ ਪਾ ਲੈਂਦੇ ਉਹ ਕਿਸੇ ਨੂੰ ਦੱਸਦੇ ਨਹੀਂ। ਜਿਹੜੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ ਉਹ ਤੇ ਕਿਸੇ ਨਾਲ ਗੱਲ ਹੀ ਨਹੀਂ ਕਰਦੇ। ਇੱਕ ਵੱਡਾ ਭਰਮ ਸਾਡੇ ਅੰਦਰ ਆ। ਸਤਿਗੁਰ ਕੀ ਕਹਿੰਦੇ ਆ ਗੁਰਬਾਣੀ ਦੁਆਰਾ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਏ, ਉਹ ਤਾਂ ਅਕਾਲ ਪੁਰਖ ਦਾ ਰੂਪ ਸੀ, ਫਿਰ ਉਹਨਾਂ ਨੂੰ ਕੀ ਲੋੜ ਸੀ ਚਾਰ ਚੁਫੇਰੇ ਸਾਰੇ ਸੰਸਾਰ ਵਿੱਚ ਤੁਰ ਕੇ ਜਾ ਕੇ ਜਿਹੜਾ ਵਾ ਲੋਕਾਂ ਨੂੰ ਸਮਝਾਉਣ ਦੀ ਕੀ ਲੋੜ ਸੀ? ਉਹ ਗੁਪਤ ਰੱਖ ਲੈਂਦੇ। ਦਸਾਂ ਗੁਰੂਆਂ ਨੇ ਪ੍ਰਚਾਰ ਕੀਤਾ, ਉਸ ਤੋਂ ਬਾਅਦ 'ਚ ਗੁਰਮੁਖਾਂ ਨੇ ਪ੍ਰਚਾਰ ਕੀਤਾ। ਮਹਾਰਾਜ ਕਹਿੰਦੇ ਆ ਨਾਨਕ ਜਿਨ ਅੰਦਰ ਸੱਚ ਹੈ, ਸੇ ਜਨ ਛਪੇ ਨਾ ਕਿਸੇ ਦੇ ਛਪਾਏ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਸੱਚ ਪਰਮਾਤਮਾ ਵਾਹਿਗੁਰੂ ਆ ਜਾਂਦਾ ਨਾ, ਜਿਹਦੇ ਅੰਦਰ ਪ੍ਰਗਟ ਹੋ ਜਾਂਦਾ, ਜਿਹਨੂੰ ਦਰਸ਼ਨ ਹੋ ਜਾਂਦੇ ਆ, ਉਹ ਫਿਰ ਲੁਕਾਉਂਦਾ ਨਹੀਂ, ਕਿਸੇ ਦੇ ਕਹਿਣ ਤੇ ਵੀ ਲੁਕਾਉਂਦਾ ਨਹੀਂ। ਕਿਉਂ? ਕਿਉਂਕਿ ਉਹ ਤੇ ਮਹਾਰਾਜ ਕਹਿੰਦੇ ਫਿਰ ਕੋਠੇ ਚੜ ਬੋਲਦਾ। ਜਿਵੇਂ ਮੱਖਣ ਸ਼ਾਹ ਲੁਬਾਣਾ ਨੇ ਕਿਹਾ ਸੀ, ਗੁਰੂ ਲਾ ਦੋ ਰੇ, ਗੁਰ ਲਾ ਦੋ ਰੇ। ਆਪਾਂ ਸਾਰੇ ਇਤਿਹਾਸ ਜਾਣਦੇ ਆ ਨਾ ਕਿ ਬਾਬੇ ਬਕਾਲਾ ਸਾਹਿਬ ਦੀ ਧਰਤੀ ਤੇ ਜਦੋਂ ਮੱਖਣ ਸ਼ਾਹ ਲੁਬਾਣਾ ਜੀ ਦੇ ਨਾਲ, ਮੱਖਣ ਸ਼ਾਹ ਲੁਬਾਣਾ ਜੀ ਦਾ ਇੱਕ ਵਾਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਜਿਹੜਾ ਬੇੜਾ ਡੁੱਬਣ ਤੋਂ ਬਚਾਇਆ ਸੀ ਤੇ ਵਾਅਦਾ ਕੀਤਾ ਸੀ ਕਿ ਮੈਂ ਬਾਬੇ ਬਕਾਲੇ ਦੀ ਧਰਤੀ ਤੇ 9ਵੇਂ ਜਾਮੇ ਵਿੱਚ ਆਪ ਜੀ ਨੂੰ ਦਰਸ਼ਨ ਦਊਂਗਾ। ਤੇ 500 ਮੋਹਰਾਂ ਸੁਖੀਆਂ ਸੀ ਮੱਖਣ ਸ਼ਾਹ ਲੁਬਾਣਾ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਅੱਗੇ। ਹੁਣ ਉੱਥੇ ਕਈ ਨਕਲੀ ਗੁਰੂ ਬਣ ਕੇ ਬਹਿ ਗਏ। ਮੱਖਣ ਸ਼ਾਹ ਲੁਬਾਣਾ ਸੀ, 5-5 ਮੋਹਰਾਂ ਸਾਰਿਆਂ ਨੂੰ ਦੇਈ ਗਏ। ਉਹ ਸਾਰੇ ਕਹਿਣ ਮੈਂ ਗੁਰੂ ਆ, ਮੈਂ ਸੱਚਾ ਗੁਰੂ ਆ।
ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਕੋਲ ਗਏ। 5 ਮੋਹਰਾਂ ਰੱਖ ਕੇ ਜਿਉਂ ਹੀ ਮੱਖਣ ਸ਼ਾਹ ਲੁਬਾਣਾ ਵਾਪਸ ਪਰਤਣ ਲੱਗੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਵਾਜ਼ ਮਾਰੀ, ਮੱਖਣ ਸ਼ਾਹ ਕੀ ਗੱਲ 500 ਸੁੱਖ ਕੇ ਹੁਣ 5 ਹੀ ਦੇਣ ਲੱਗਾ ਆ। ਫਿਰ ਉੱਥੇ ਪਤਾ ਲੱਗ ਗਿਆ ਵੀ ਸੱਚਾ ਮੇਰਾ ਗੁਰੂ ਇਹ ਆ, ਅਸਲੀ ਗੁਰੂ ਇਹ ਆ। ਤੇ ਉਹਨਾਂ ਨੇ ਪੁਕਾਰ ਕੇ ਕਿਹਾ ਸੀ, ਗੁਰੂ ਲਾਧੋਰੇ, ਕਿ ਮੈਨੂੰ ਗੁਰੂ ਲੱਭ ਗਿਆ। ਇਸੇ ਤਰੀਕੇ ਨਾਲ ਅੱਜ ਦੇ ਪਾਵਨ ਬਚਨਾਂ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਵੀ ਕਹਿੰਦੇ ਜਿਹਨੂੰ ਅਕਾਲ ਪੁਰਖ ਦੇ ਨਾਮ ਦੀ ਜਾਂ ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਂਦੀ ਆ ਨਾ, ਉਹ ਕਿਸੇ ਦੇ ਲਕਾਇਆ ਲਕਾਉਂਦਾ ਨਹੀਂ, ਉਹ ਤਾਂ ਸੰਸਾਰ ਨੂੰ ਦੱਸਦਾ ਕਿ ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ। ਕਿਉਂਕਿ ਪਰਮਾਤਮਾ ਆਪ ਫਿਰ ਡਿਊਟੀ ਲਾਉਂਦਾ ਐਸੇ ਗੁਰਮੁਖਾਂ ਦੀ, ਭਈ ਦੱਸੋ ਮੇਰਾ ਭੇਤ ਦਓ। ਜੋ ਗੁਰਬਾਣੀ 'ਚ ਲਿਖਿਆ ਜੀਵ ਪੜ੍ਹਦੇ ਨੇ ਪਰ ਸਮਝ ਨਹੀਂ ਲੱਗ ਰਹੀ, ਉਹਨਾਂ ਨੂੰ ਵਿਚਾਰ ਨਹੀਂ ਆ ਰਹੀ ਕਿ ਪਰਮਾਤਮਾ ਨੂੰ ਭਾਵ ਕਿ ਮੈਨੂੰ ਕਿਵੇਂ ਮਿਲਿਆ ਜਾਵੇ। ਤਾਈਓ ਮਹਾਰਾਜ ਕਹਿੰਦੇ ਆ ਗੁਰਬਾਣੀ ਵਿੱਚ, ਕਹਿੰਦੇ ਨਾਨਕ ਜਿਨ ਅੰਦਰ ਸੱਚ ਹੈ, ਕਹਿੰਦੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਸੱਚ ਵਸ ਜਾਂਦਾ ਨਾ, ਸੇ ਜਨ ਛਪਹਿ ਨਾ ਕਿਸੈ ਦੇ ਛਪਾਏ। ਕਹਿੰਦੇ ਲੁਕਦੇ ਨਹੀਂ, ਉਹ ਚੁੱਪ ਕਰਕੇ ਨਹੀਂ ਬਹਿੰਦੇ, ਰੌਲਾ ਪਾਉਂਦੇ। ਉਹ ਦੁਨੀਆ ਵਾਲਿਓ, ਇਹ ਮਨੁੱਖਾ ਜਨਮ ਪਰਮਾਤਮਾ ਨੂੰ ਮਿਲਣ ਵਾਸਤੇ ਜੇ ਮਿਲ ਸਕਦੇ ਹੋ। ਕਲਯੁਗ ਦਾ ਸਮਾਂ ਹੀ ਭਿਆਨਕ ਆ, ਪਰ ਕਲਯੁਗ ਦੇ ਸਮੇਂ ਵਿੱਚ ਅਕਾਲ ਪੁਰਖ ਨੇ ਇੰਨੀ ਛੋਟ ਦਿੱਤੀ ਹੋਈ ਆ ਕਿ ਜਿਹੜਾ ਨਾਮ ਸਾਡੇ ਅੰਦਰ ਕਈ ਯੁਗਾਂ ਤੋਂ ਪਹਿਲੇ, ਜੋ ਸਤਯੁਗ, ਤ੍ਰੇਤਾ, ਦੁਆਪਰ ਯੁੱਗਾਂ ਵਿੱਚ ਗੁਪਤ ਸੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਕਲਯੁਗ ਦੇ ਵਿੱਚ ਉਸ ਨਾਮ ਨੂੰ ਪ੍ਰਗਟ ਕਰਕੇ ਦਿਖਾਇਆ ਕਿ ਤੁਹਾਡੇ ਅੰਦਰ ਨਾਮ ਪ੍ਰਗਟ ਕਿਵੇਂ ਹੋ ਸਕਦਾ ਹੈ, ਕਿਵੇਂ ਉਹਨੂੰ ਸੁਣ ਸਕਦੇ ਹੋ। ਆਪਾਂ ਗੁਰਬਾਣੀ ਵਿੱਚ ਵੀ ਪੜ੍ਹਦੇ ਹਾਂ, ਜੋ ਮਹਾਰਾਜ ਗੁਰਬਾਣੀ 'ਚ ਸਾਨੂੰ ਗਿਆਨ ਦਿੰਦੇ, ਗੁਪਤਾ, ਕਹਿੰਦੇ ਜਿਹੜਾ ਗੁਪਤ ਸੀ, ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘਟ ਘਟ ਹਰ ਭਰਪੂਰ ਰਹਿਆ, ਨਾਮ ਰਤਨ ਤਿਨਿ ਹਿਰਦੈ ਪ੍ਰਗਟਿਆ, ਜੋ ਗੁਰ ਸਰਨਾਈ ਭਜ ਪਿਆ। ਜਿਹੜਾ ਮਨ ਗੁਰੂ ਦੀ ਸ਼ਰਨ ਵਿੱਚ ਚਲਾ ਜਾਂਦਾ, ਜਪਦਾ ਸਿਮਰਨ ਕਰਦਾ, ਐਸੀ ਅਵਸਥਾ ਨੂੰ ਪ੍ਰਾਪਤ ਕਰ ਜਾਂਦਾ। ਮਹਾਰਾਜ ਕਹਿੰਦੇ ਕਲਯੁਗ ਦੇ ਸਮੇਂ ਵਿੱਚ ਹਰ ਇੱਕ ਜੀਵ ਦੇ ਅੰਦਰੋਂ ਨਾਮ ਪ੍ਰਗਟ ਹੋ ਸਕਦਾ, ਭਾਵੇਂ ਕੋਈ ਖਾਂਦਾ ਪੀਂਦਾ, ਭਾਵੇਂ ਕੋਈ ਮਾੜੇ ਕੰਮ ਕਰਦਾ। ਕਿਉਂਕਿ ਗੁਰਬਾਣੀ ਦੇ ਵਿੱਚ ਜਿਵੇਂ ਇੱਕ ਗਨਕਾ ਦਾ ਜ਼ਿਕਰ ਆਉਂਦਾ, ਜੋ ਆਪਣੇ ਸਰੀਰ ਦਾ ਵਾਹਿਗੁਰੂ ਧੰਦਾ ਕਰਕੇ ਜੋ ਆਪਣਾ ਰੁਜ਼ਗਾਰ ਚਲਾਉਂਦੀ ਸੀ, ਅੱਜ ਆਪਾਂ ਐਸੇ ਗੁਰਮੁਖਾਂ ਨੂੰ ਨਮਸਕਾਰ ਕਰਦੇ ਹਾਂ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਆਰਾ ਸਿਰਫ ਸਾਨੂੰ ਸਮਝਾਉਣ ਦੀ ਖਾਤਰ ਕਿ ਐ ਮੇਰੇ ਬੱਚਿਓ, ਨਾਰਾਜ਼ ਨਾ ਹੋਇਓ ਕਿ ਅਸੀਂ ਮਾੜੇ ਕੰਮ ਕੀਤੇ ਜਾਂ ਕਰਦੇ ਹਾਂ, ਨਿਰਾਸ਼ ਨਾ ਹੋਇਓ ਕਿ ਅਸੀਂ ਆਹ ਚੀਜ਼ ਖਾਣੇ ਪੀਣੇ। ਤੁਸੀਂ ਵੀ ਪਰਮਾਤਮਾ ਨੂੰ ਮਿਲ ਸਕਦੇ ਹੋ, ਪਰ ਕਰਨਾ ਕੀ ਪੈਣਾ? ਤੁਹਾਨੂੰ ਸਤਿਗੁਰ ਦੀ ਗੁਰਬਾਣੀ ਤੋਂ ਗਿਆਨ ਲੈਣਾ ਪੈਣਾ, ਸੱਚੀ ਸੰਗਤ ਵਿੱਚ ਜਾ ਕੇ ਗਿਆਨ ਲੈ ਕੇ ਉੱਥੇ ਬੈਠ ਕੇ ਜਪਣਾ ਪੈਣਾ। ਤੁਸੀਂ ਪਰਮਾਤਮਾ ਨੂੰ ਮਿਲ ਸਕਦੇ ਹੋ, ਕਿਉਂਕਿ ਮਨੁੱਖਾ ਜਨਮ ਉਹਨੇ ਦਿੱਤਾ ਹੀ ਤਾਂ ਆ ਸਾਨੂੰ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਉਹਨੇ ਇੱਕ ਵਾਰੀ ਦੇ ਦਿੱਤੀ ਸਾਨੂੰ ਅਕਾਲ ਪੁਰਖ ਦੇ ਮਿਲਣ ਦੀ। ਸੋ ਮਹਾਰਾਜ ਗੁਰਬਾਣੀ ਵਿੱਚ ਤਾਈਓ ਆਪਾਂ ਨੂੰ ਅੱਗੇ ਸਮਝਾਉਂਦੇ ਆ। ਮਹਾਰਾਜ ਕਹਿੰਦੇ ਆ ਕਿ ਆਪਾਂ ਉਸ ਹਰੀ ਵਾਹਿਗੁਰੂ ਨੂੰ ਕਿਵੇਂ ਪਾ ਸਕਦੇ ਹਾਂ। ਕਹਿੰਦੇ ਜਦੋਂ ਤੁਸੀਂ ਜਪ ਕੇ ਸਿਮਰਨ, ਜਿਹੜਾ ਆਪਾਂ ਗੁਰਮੰਤਰ ਜਪਦੇ ਆ ਨਾ, ਇਹ ਆਪਾਂ ਗੁਰੂ ਦੀ ਸੇਵਾ ਕਰਦੇ ਆ। ਤੇ ਜਪਦਾ ਕੌਣ ਆ? ਜਿਹਦੇ ਉੱਪਰ ਪਰਮਾਤਮਾ ਨਿਰੰਕਾਰ ਦੀ ਮਿਹਰ ਭਰੀ ਨਜ਼ਰ ਹੁੰਦੀ, ਉਹ ਜਪਦਾ। ਦੂਸਰਾ ਜੀਵ ਸੰਗਤ ਵਿੱਚ ਆ ਕੇ ਵੀ ਨਹੀਂ ਜਪਦਾ। ਤੇ ਮਹਾਰਾਜ ਕਹਿੰਦੇ ਉਹ ਫਿਰ ਕੀ ਹੁੰਦਾ? ਕਹਿੰਦੇ ਉਹ ਪਰਮਾਤਮਾ ਨੂੰ ਪਾ ਲੈਂਦਾ ਆ। ਮਹਾਰਾਜ ਕਹਿੰਦੇ ਆ, ਗੁਰ ਸੇਵਾ ਤੇ ਹਰ ਪਾਈਐ, ਜਾਂ ਕੋ ਨਦਰ ਕਰੇ। ਕਹਿੰਦੇ ਜਿਹਦੇ ਉੱਪਰ ਉਹ ਨਦਰ ਕਰਦਾ ਨਾ, ਉਹ ਜਪਣਾ ਸ਼ੁਰੂ ਹੋ ਜਾਂਦਾ। ਉਹ ਫਿਰ ਨਿਰਾਸ਼ ਨਹੀਂ ਹੁੰਦਾ ਕਿ ਮੈਂ ਤੇ ਸਿਮਰਨ ਕਰਦਾ ਆ ਜੀ ਪਰ ਫੁਰਨੇ ਨਹੀਂ ਰੁਕਦੇ, ਮੈਂ ਤੇ ਬਾਣੀ ਪੜ੍ਹਦਾ ਜੀ ਪਰ ਵਿਚਾਰ ਨਹੀਂ ਰੁਕਦੇ। ਕਿਉਂਕਿ ਵਿਚਾਰ ਫੁਰਨੇ ਹੌਲੀ ਹੌਲੀ ਕਿਰਪਾ ਕਰਕੇ ਪਰਮਾਤਮਾ ਨੇ ਆਪ ਹੀ ਸਾਡੇ ਬੰਦ ਕਰ ਦੇਣੇ ਆ ਜਦੋਂ ਅਸੀਂ ਜਪਣਾ ਸ਼ੁਰੂ ਕਰ ਦਿੱਤਾ। ਕਿਉਂਕਿ ਉਹਨੇ ਯਕੀਨ ਵੀ ਤਾਂ ਕਰਨ ਤੇ ਸਮਾਂ ਲਾਉਣਾ ਨਾ ਸਾਡੇ ਉੱਪਰ। ਸਾਡੇ ਮਨ ਦਾ ਕੀ ਭਰੋਸਾ ਡੋਲ ਜਾਵੇ, ਸਾਡੇ ਮਨ ਦਾ ਕੀ ਭਰੋਸਾ ਫਿਰ ਮਾਇਆ ਦਾ ਸਾਥ ਲੈ ਲਵੇ। ਇਸ ਕਰਕੇ ਸਭ ਤੋਂ ਪਹਿਲੋਂ ਸਾਨੂੰ ਪਰਮਾਤਮਾ ਤੇ ਯਕੀਨ ਬਣਾਉਣਾ ਪਏਗਾ ਕਿ ਹਾਂ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਕਿ ਐ ਵਾਹਿਗੁਰੂ ਅਸੀਂ ਸਮਰਪਿਤ ਹੋ ਗਏ ਹਾਂ ਤੈਨੂੰ। ਅਸੀਂ ਆਪਣਾ ਆਪ ਤਿਆਗ ਦਿੱਤਾ। ਨਿੰਦਿਆ, ਚੁਗਲੀ, ਈਰਖਾ, ਹਉਮੈ, ਹੰਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵੈਰ, ਵਿਰੋਧ, ਦੁਬਦਾ ਅਸੀਂ ਤਿਆਗ ਦਿੱਤੀ ਆ। ਸਾਡੇ ਹੱਥ ਖੜੇ, ਅਸੀਂ ਸਰੈਂਡਰ ਕਰ ਦਿੱਤਾ ਤੇਰੇ ਅੱਗੇ, ਅਸੀਂ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਉਸ ਦਿਨ ਉਹਨੇ ਅੰਦਰ ਬੈਠੇ ਬਿਠਾਏ ਨੇ ਸਾਡੇ ਵਿਚਾਰ ਵੀ ਖਤਮ ਕਰ ਦੇਣੇ ਆ।
ਉਹਨੇ ਸਾਡੇ ਫੁਰਨੇ ਵੀ ਬੰਦ ਕਰ ਦੇਣੇ ਆ, ਤੇ ਫਿਰ ਉਹਨੇ ਐਸੀ ਮਿਹਰ ਦੀ ਨਜ਼ਰ ਕਰਨੀ ਆ, ਜਦੋਂ ਗੁਰੂ ਦੇ ਸਨਮੁਖ ਹੋ ਗਏ ਆਪਾਂ, ਸਤਿਗੁਰ ਦੇ ਸਨਮੁਖ ਹੋ ਗਏ, ਉਹਨੇ ਸਾਡਾ ਪਰਮਾਤਮਾ ਦਾ ਮਿਲਾਪ ਕਰਵਾ ਦੇਣਾ। ਜਿਹੜਾ ਸਾਡੇ ਅੰਗ ਸੰਗ ਤੇ ਹੈ ਪਰ ਦਿਖ ਨਹੀਂ ਰਿਹਾ, ਜਿਹੜਾ ਸਾਡੇ ਨਾਲ ਤੇ ਹੈ ਪਰ ਉਹਦੀ ਆਵਾਜ਼ ਨਹੀਂ ਸੁਣ ਰਹੀ, ਫਿਰ ਗੁਰੂ ਨੇ ਆਵਾਜ਼ ਵੀ ਸੁਣਾ ਦੇਣੀ ਆ ਤੇ ਗੁਰੂ ਨੇ ਉਹਦੇ ਦਰਸ਼ਨ ਵੀ ਕਰਵਾ ਦੇਣੇ ਅਕਾਲ ਪੁਰਖ ਪਰਮਾਤਮਾ ਦੇ। ਮਹਾਰਾਜ ਕਹਿੰਦੇ ਗੁਰ ਸੇਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ। ਹੁਣ ਸਾਡਾ ਜਿਹੜਾ ਮਨ ਆ, ਜਿਹੜਾ ਜੀਵ ਸਿਮਰਨ ਨਹੀਂ ਕਰਦਾ, ਉਹਦਾ ਮਨ ਕੀ ਆ? ਉਹ ਸਤਿਗੁਰੂ ਗੁਰਬਾਣੀ 'ਚ ਕਹਿੰਦੇ ਉਹਦਾ ਮਨ ਪ੍ਰੇਤ ਆ। ਮਹਾਰਾਜ ਕਹਿੰਦੇ ਕਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ। ਕਹਿੰਦੇ ਜਿਹਨੇ ਰਾਮ ਦੀ, ਵਾਹਿਗੁਰੂ ਦੀ, ਅਕਾਲ ਪੁਰਖ ਦਾ ਭੇਤ ਨਹੀਂ ਲਿਆ, ਉਸ ਜੀਵ ਦਾ ਮਨ ਪ੍ਰੇਤ ਆ। ਕਿਉਂਕਿ ਕਦੀ ਕਾਮ ਵਾਸ਼ਨਾ 'ਚ ਜਾਂਦਾ, ਕਦੀ ਕ੍ਰੋਧ, ਕਦੀ ਲੋਭ ਮੋਹ ਹੰਕਾਰ, ਨਿੰਦਿਆ ਚੁਗਲੀ, ਈਰਖਾ ਵੈਰ ਵਿਰੋਧ 'ਚ ਜਾਂਦਾ। ਜਿਹੜਾ ਜਪਣਾ ਸ਼ੁਰੂ ਹੋ ਜਾਂਦਾ, ਉਹਦਾ ਮਨ ਜਿਹੜਾ ਵਾ ਮਨੁੱਖ ਬਣ ਜਾਂਦਾ, ਮਾਨਸ ਬਣ ਜਾਂਦਾ। ਜਪਦਿਆਂ ਜਿਸ ਜੀਵ ਦੇ ਅੰਦਰ ਉਹ ਨਾਮ ਪ੍ਰਗਟ ਹੋ ਜਾਂਦਾ, ਗੁਰੂ ਨਾਮ ਪ੍ਰਗਟ ਕਰ ਦਿੰਦਾ ਆ, ਉਸ ਜੀਵ ਦਾ ਮਨ ਮਨੁੱਖ ਤੋਂ ਦੇਵਤਾ ਬਣ ਜਾਂਦਾ। ਤਾਂ ਹੀ ਤੇ ਮਹਾਰਾਜ ਗੁਰਬਾਣੀ ਸਮਝਾਉਂਦੇ ਆ, ਕਹਿੰਦੇ ਮਾਨਸ ਤੇ ਦੇਵਤੇ ਭਏ ਸੱਚੀ ਭਗਤ ਜਿਸ ਦੇ। ਕਹਿੰਦੇ ਉਹ ਮਨ ਮਨੁੱਖ ਤੋਂ ਦੇਵਤਾ ਰੂਪ ਧਾਰਨ ਕਰ ਜਾਂਦਾ। ਮਨ, ਸਰੀਰ ਨਾ ਸਮਝੋ ਵੀ ਮੁਕਟ ਪੈ ਜਾਊਗਾ, ਇਦਾਂ ਦੇ ਵਸਤਰ ਪੈ ਜਾਣਗੇ। ਇੱਥੇ ਮਨ ਦੀ ਗੱਲ ਕਰਦੇ, ਕਿਉਂਕਿ ਮਨ ਦੇਵਤਾ ਬਣਦਾ, ਮਨ ਪ੍ਰੇਤ ਹੁੰਦਾ ਆ, ਮਨ ਮਨੁੱਖ ਬਣਦਾ। ਮਨ ਹੀ ਭਗਤ, ਸੰਤ, ਸਾਧੂ, ਇਹ ਮਨ ਦੀਆਂ ਅਵਸਥਾ ਨੇ। ਮਹਾਰਾਜ ਕਹਿੰਦੇ ਮਨੁੱਖ ਤੋਂ ਮਨ ਦੇਵਤਾ ਬਣੂਗਾ ਕਦੋਂ? ਜਦੋਂ ਤੁਸੀਂ ਸੱਚ ਪਰਮਾਤਮਾ ਵਾਹਿਗੁਰੂ ਦੀ ਭਗਤੀ ਤੇ ਜੁੜ ਜਾਵੋਗੇ। ਮਹਾਰਾਜ ਕਹਿੰਦੇ ਮਾਨਸ ਤੇ ਦੇਵਤੇ ਭਏ ਸੱਚੀ ਭਗਤ ਜਿਸ ਦੇ। ਕਹਿੰਦੇ ਜਿਹਨੂੰ ਉਹ ਆਪਣੀ ਭਗਤੀ ਦਿੰਦਾ, ਉਹ ਮਨ ਮਨੁੱਖ ਤੋਂ ਦੇਵਤਾ ਬਣ ਜਾਂਦਾ। ਤੇ ਫਿਰ ਕੀ ਹੋ ਜਾਂਦਾ? ਜਿਹੜਾ ਮੈਂ ਮੇਰੀ ਵਿੱਚ, ਅਸੀਂ ਹਉਮੈ ਵਿੱਚ ਤੁਰੇ ਫਿਰਦੇ ਆ। ਮਹਾਰਾਜ ਕਹਿੰਦੇ ਹਉਮੈ ਮਾਰ ਮਲਾਇਨ ਗੁਰ ਕੈ ਸ਼ਬਦ ਸੁੱਚੇ। ਮਹਾਰਾਜ ਕਹਿੰਦੇ ਇਹ ਸੱਚਾ ਸੁੱਚਾ ਗੁਰੂ ਦਾ ਸ਼ਬਦ ਸਾਡੇ ਅੰਦਰੋਂ ਮੈਂ ਮੇਰੀ ਹਉਮੈ ਨੂੰ ਮਾਰ ਦਿੰਦਾ ਆ, ਖਤਮ ਕਰ ਦਿੰਦਾ। ਫਿਰ ਅੰਦਰ ਮੈਂ ਨਹੀਂ ਰਹਿੰਦਾ, ਫਿਰ ਤੂੰ ਰਹਿੰਦਾ ਆ। ਜੇ ਕੋਈ ਪੁੱਛਦਾ ਪਈ ਕੰਮ ਕਾਰ ਕਿੱਦਾਂ? ਕਿਰਪਾ ਸਤਿਗੁਰੂ ਦੀ। ਤੁਹਾਡਾ ਹਾਲ ਚਾਲ ਕਿੱਦਾਂ? ਉਸ ਅਕਾਲ ਪੁਰਖ ਦੀ ਕਿਰਪਾ ਜੀ। ਫਿਰ ਸਾਡੀ ਭਾਸ਼ਾ ਬਦਲ ਜਾਂਦੀ ਆ, ਨਹੀਂ ਤੇ ਸਾਡੀ ਭਾਸ਼ਾ ਆਪਣੀ ਹਉਮੈ ਹੰਕਾਰ ਦੀ ਰਹਿੰਦੀ ਆ, ਫਿਰ ਉਹ ਬੋਲੀ ਵਿੱਚ ਫਰਕ ਪੈ ਜਾਂਦਾ। ਮਹਾਰਾਜ ਕਹਿੰਦੇ ਆ ਹਉਮੈ ਮਾਰ ਮਲਾਇਨ ਗੁਰ ਕੈ ਸ਼ਬਦ ਸੁਚੇ। ਤੇ ਕੀ ਸਮਝਾਉਂਦੇ? ਕਹਿੰਦੇ ਨਾਨਕ ਸਹਿਜੇ ਮਿਲ ਰਹੇ। ਕਿਵੇਂ ਮਿਲੇ? ਕਹਿੰਦੇ ਨਾਮ ਵਡਿਆਈ ਦੇ। ਕਹਿੰਦੇ ਉਸ ਜੀਵ ਦੀ ਦਰਗਾਹ ਦੇ ਵਿੱਚ ਨਾਮ ਦੁਆਰਾ ਵਡਿਆਈ ਹੁੰਦੀ ਆ। ਹੁਣ ਵਡਿਆਈ ਕਿਉਂ ਹੁੰਦੀ ਉੱਥੇ? ਜਿਵੇਂ ਦੁਨੀਆ ਸੰਸਾਰ ਦੇ ਵਿੱਚ ਆਪਾਂ ਦੇਖਦੇ ਆ ਨਾ ਕਿ ਕੋਈ ਬੱਚਾ ਬਹੁਤ ਵਧੀਆ ਨੰਬਰ ਲੈਂਦਾ, ਕਾਲਜ ਯੂਨੀਵਰਸਿਟੀ ਵਿੱਚੋਂ ਚੰਗੇ ਨੰਬਰਾਂ ਤੇ ਪਾਸ ਹੁੰਦਾ, ਉਹਦੀ ਵਡਿਆਈ ਸਿਫਤ ਹੁੰਦੀ ਆ। ਮਹਾਰਾਜ ਕਹਿੰਦੇ ਜਿਹੜਾ ਜੀਵ ਨਾਮ ਦੀ ਪ੍ਰਾਪਤੀ ਕਰ ਲੈਂਦਾ, ਨਾਮ ਦੁਆਰਾ ਆਪਣੇ ਘਰ ਦੇ ਵਿੱਚ ਚਲਾ ਜਾਂਦਾ ਆ, ਉਹਦੀ ਉੱਥੇ ਦਰਗਾਹ ਦੇ ਵਿੱਚ ਵਡਿਆਈ ਹੁੰਦੀ ਆ। ਕਿਉਂਕਿ ਸਤਿਗੁਰ ਕਹਿੰਦੇ ਆ ਧੰਨ ਧੰਨ ਸ਼ਾਬਾਸ਼ ਕਹੇ ਤਿਸ ਜਨ ਕੋ ਜਨ ਨਾਨਕ ਮੇਲ ਲਏ ਵਡਿਆਈ। ਕਹਿੰਦੇ ਦਰਗਾਹ ਦੇ ਵਿੱਚ ਉਹਨੂੰ ਵਡਿਆਈ ਮਿਲਦੀ ਆ ਤੇ ਅਕਾਲ ਪੁਰਖ ਉਸ ਬੱਚੇ ਨੂੰ ਆਪਣੀ ਗੋਦ ਵਿੱਚ ਸਮਾ ਲੈਂਦਾ, ਜਿਹੜਾ ਸਿਮਰਨ ਬੰਦਗੀ ਭਗਤੀ ਔਰ ਗੁਰਬਾਣੀ ਨੂੰ ਖੋਜਣ ਤੇ ਲੱਗ ਜਾਂਦਾ। ਸਤਿਗੁਰੂ ਗੁਰਬਾਣੀ ਵਿੱਚ ਆਪਾਂ ਨੂੰ ਤਾਈਓ ਸਮਝਾਉਂਦੇ ਆ, ਕਹਿੰਦੇ ਨਾਨਕ ਸਹਿਜੇ ਮਿਲ ਰਹੇ ਨਾਮ ਵਡਿਆਈ ਦੇ। ਨਾਮ ਦੁਆਰਾ ਉਸ ਜੀਵ ਦੀ ਵਡਿਆਈ ਹੋ ਜਾਂਦੀ ਆ। ਤੇ ਮਹਾਰਾਜ ਕੀ ਸਮਝਾਉਂਦੇ ਆ? ਮਹਾਰਾਜ ਕਹਿੰਦੇ ਗੁਰ ਸਤਿਗੁਰ ਵਿੱਚ ਨਾਮੈ ਕੀ ਵੱਡੀ ਵਡਿਆਈ ਹਰ ਕਰਤੈ ਆਪ ਵਧਾਈ। ਕਹਿੰਦੇ ਉਸ ਗੁਰੂ ਦੇ ਨਾਮ ਦੇ ਵਿੱਚ ਪਰਮਾਤਮਾ ਦੀ ਵਡਿਆਈ ਦੀ ਸਿਫਤ ਸਲਾਹ ਆਪਾਂ ਨੂੰ ਮਿਲਦੀ ਆ। ਲੇਕਿਨ ਕਿਵੇਂ? ਕਹਿੰਦੇ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੈ ਭਾਈ। ਕਹਿੰਦੇ ਫਿਰ ਸੰਸਾਰ ਦੇ ਜਿੰਨੇ ਸੇਵਕ ਔਰ ਸਿੱਖਣ ਵਾਲੇ ਨੇ, ਐਸੇ ਗੁਰਮੁਖਾਂ ਦਾ ਜੀਵਨ ਦੇਖ ਕੇ ਔਰ ਉਹਨਾਂ ਦੀ ਕਮਾਈ ਦੇਖ ਕੇ ਮਹਾਰਾਜ ਕਹਿੰਦੇ ਆ ਉਹ ਵੀ ਆਪਣੇ ਹਿਰਦੇ ਦੇ ਅੰਦਰ ਉਸ ਅਕਾਲ ਪੁਰਖ ਨੂੰ ਧਿਆਉਣਾ ਸ਼ੁਰੂ ਕਰ ਦਿੰਦੇ ਨੇ। ਤੇ ਜਿਹੜਾ ਨਿੰਦਕ ਹੁੰਦਾ ਆ, ਨਿੰਦਿਆ ਕਰਨ ਵਾਲੇ ਨੂੰ ਦੁਸ਼ਟ ਕਹਿ ਦਿੰਦੇ ਆ। ਤੇ ਮਹਾਰਾਜ ਕੀ ਕਹਿੰਦੇ ਆ? ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ, ਉਹਨਾਂ ਪਰਾਇਆ ਭਲਾ ਨਾ ਸੁਖਾਈ। ਮਹਾਰਾਜ ਕਹਿੰਦੇ ਉਹਨਾਂ ਦੇ ਮਨ ਦੇ ਅੰਦਰ ਕਦੀ ਵੀ ਸੁੱਖ ਨਹੀਂ ਆਉਂਦਾ,
ਕਿਉਂਕਿ ਉਹ ਨਿੰਦਕ ਜਿਹੜੇ ਨੇ ਉਹ ਬੰਦਗੀ ਕਰਨ ਵਾਲੇ, ਸਿਮਰਨ ਕਰਨ ਵਾਲੇ ਜੀਵਾਂ ਦੀ ਨਿੰਦਿਆ ਕਰਦੇ ਨੇ ਵੀ ਇਹ ਕੀ ਵਾਹਿਗੁਰੂ ਵਾਹਿਗੁਰੂ ਕਰਦੇ ਆ। ਇੱਦਾਂ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਆ, ਇੱਦਾਂ ਪ੍ਰਮਾਤਮਾ ਰੱਬ ਮਿਲ ਜਾਂਦਾ ਆ। ਉਹ ਨਿੰਦਕ ਹੁੰਦੇ ਨੇ ਤੇ ਮਹਾਰਾਜ ਕਹਿੰਦੇ ਉਹਨਾਂ ਦੀ ਵਡਿਆਈ ਨਹੀਂ, ਉਹਨਾਂ ਨੂੰ ਤਾਂ ਇੱਥੋਂ ਤੱਕ ਕਿ ਉਹਨਾਂ ਦਾ ਭਲਾ ਵੀ ਨਹੀਂ ਹੁੰਦਾ ਤੇ ਨਾ ਉਹਨਾਂ ਦੇ ਮਨ ਨੂੰ ਕਦੇ ਸੁੱਖ ਮਿਲਦਾ ਆ। ਸਤਿਗੁਰੂ ਗੁਰਬਾਣੀ ਵਿੱਚ ਤਾਈਓ ਸਮਝਾਉਂਦੇ, ਕਹਿੰਦੇ ਕਿਆ ਹੋਵੇ ਕਿਸ ਹੀ ਕੀ ਝੱਖ ਮਾਰੀ, ਜਾਂ ਸੱਚੇ ਸਿਉ ਬਣ ਆਈ। ਝੱਖ ਮਾਰੀ ਦਾ ਆਪਾਂ ਸਮਝਦੇ ਗੁਰਬਾਣੀ ਵਿੱਚ ਸਿੱਧੇ ਸਿੱਧੇ ਸ਼ਬਦਾਂ ਵਿੱਚ ਵੀ ਆਪਾਂ ਨੂੰ ਸਮਝਾਇਆ ਝੱਖ ਮਾਰੀ। ਕਹਿੰਦੇ ਲੋਕ ਸਿਮਰਨ ਕਰਨ ਵਾਲਿਆਂ ਦੇ ਨਿੰਦਕ ਜਿਹੜੇ ਨੇ 100 ਝੱਖ ਮਾਰੀ ਜਾਣ, ਉਹਨਾਂ ਦੀ ਨਿੰਦਿਆ ਕਰੀ ਜਾਣ, ਪਰ ਜੇ ਪਰਮਾਤਮਾ ਨੇ ਇੱਕ ਵਾਰ ਉਹਨੂੰ ਵਡਿਆਈ ਬਖਸ਼ਿਸ਼ ਕਰ ਦਿੱਤੀ, ਆਪਣਾ ਬਣਾ ਲਿਆ ਤੇ ਮਹਾਰਾਜ ਕਹਿੰਦੇ ਉਹ ਉਹਦਾ ਹੀ ਬਣਿਆ ਰਹਿੰਦਾ, ਉਹਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ ਸੰਸਾਰ ਦੇ ਵਿੱਚ। ਤਾਈਓ ਤੇ ਸਤਿਗੁਰ ਕਹਿੰਦੇ ਆ ਕਿ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਕਰਨ ਦੇ ਵਿੱਚ 2-3 ਚੀਜ਼ਾਂ ਜਿਹੜੀਆਂ ਰੁਕਾਵਟ ਪਾਉਂਦੀਆਂ ਨੇ। ਸਭ ਤੋਂ ਪਹਿਲੋਂ ਚੀਜ਼ ਸਾਨੂੰ ਸ਼ਰਮ ਆਉਂਦੀ ਆ, ਜਿਹਨੂੰ ਲੋਕ ਲੱਜਾ ਕਹਿੰਦੇ ਵੀ ਲੋਕ ਕੀ ਕਹਿਣਗੇ, ਭੈਣ ਭਰਾ ਕੀ ਕਹਿਣਗੇ, ਮੇਰੇ ਘਰ ਵਾਲੇ ਕੀ ਕਹਿਣਗੇ, ਦੁਨੀਆ ਕੀ ਕਹੂ ਵੀ ਇਹ ਵਾਹਿਗੁਰੂ ਵਾਹਿਗੁਰੂ ਅੱਜ ਬਾਬਾ ਬਣ ਗਿਆ, ਕੱਲ ਤੇ ਖਾਂਦਾ ਪੀਂਦਾ ਸੀ, ਮਾੜੇ ਕੰਮ ਕਰਦਾ ਸੀ, ਅੱਜ ਬਾਬਾ ਬਣ ਗਿਆ। ਇਹ ਲੋਕ ਲੱਜਾ ਸਭ ਤੋਂ ਵੱਡੀ ਰੁਕਾਵਟ ਆ ਪਰਮਾਤਮਾ ਦੀ ਬੰਦਗੀ ਸਿਮਰਨ ਦੇ ਵਿੱਚ। ਦੂਸਰਾ, ਜਿਹੜੀ ਆਪਾਂ ਦੁਬਦਾ ਕਰਦੇ ਆ ਸੰਸਾਰ ਦੇ ਜੀਵਾਂ ਦੇ ਨਾਲ, ਈਰਖਾ ਰੱਖਦੇ ਆ, ਇਹ ਬਹੁਤ ਵੱਡੀ ਰੁਕਾਵਟ ਆ। ਤੀਸਰਾ, ਜਿਹੜੀ ਆਪਾਂ ਨਿੰਦਿਆ ਤੇ ਚੁਗਲੀ ਕਰਦੇ ਸੰਸਾਰ ਦੇ ਜੀਵਾਂ ਦੀ, ਕਿਉਂਕਿ ਸਾਨੂੰ ਪਤਾ ਨਹੀਂ ਕਿ ਜਿਵੇਂ ਸਾਡੇ ਅੰਦਰ ਉਹ ਪਰਮਾਤਮਾ ਦੀ ਜੋਤ ਆ, ਅਕਾਲ ਪੁਰਖ ਆਪ ਆ, ਅਸੀਂ ਸਰੀਰਾਂ ਨੂੰ ਦੇਖ ਦੇਖ ਕੇ ਨਿੰਦਿਆ ਚੁਗਲੀ ਕਰੀ ਜਾਂਦੇ, ਉਹਨਾਂ ਨੂੰ ਮਾੜਾ ਕਹੀ ਜਾਂਦੇ ਆ, ਪਰ ਪਹਿਚਾਣ ਨਾ ਹੋਣ ਕਾਰਨ ਮਹਾਰਾਜ ਕਹਿੰਦੇ ਵੀ ਤੁਹਾਨੂੰ ਭੁੱਲ ਚੁੱਕੇ ਹੋ, ਪਤਾ ਨਹੀਂ ਕਿ ਉਹਦੇ ਅੰਦਰ ਵੀ ਅਕਾਲ ਪੁਰਖ ਦੀ ਜੋਤ ਆ। ਤੁਸੀਂ ਉਹਦੇ ਸਰੀਰ ਦੀ ਮਿੱਟੀ ਦੀ ਸ਼ਕਲ ਵੇਖ ਵੇਖ ਕੇ ਉਹਦੀ ਨਿੰਦਿਆ ਕਰੀ ਜਾਂਦੇ ਹੋ, ਉਹਦੀ ਬੁਰਾਈ ਕਰੀ ਜਾਂਦੇ ਹੋ, ਉਹਨੂੰ ਮਾੜਾ ਚੰਗਾ ਕਹਿੰਦੇ ਹੋ, ਪਰ ਉਹਦੇ ਅੰਦਰ ਵੀ ਅਕਾਲ ਪੁਰਖ ਦੀ ਜੋਤ ਟਿਕੀ ਹੋਈ ਆ। ਸਤਿਗੁਰੂ ਅੱਗੇ ਗੁਰਬਾਣੀ ਸਮਝਾਉਂਦੇ ਆ, ਮਹਾਰਾਜ ਕਹਿੰਦੇ ਆ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਤ੍ਰਿਗ ਇਹ ਆਸਾ ਦੂਜੇ ਭਾਵ ਕੀ, ਜੋ ਮੋਹ ਮਾਇਆ ਚਿਤ ਲਾਏ ਤ੍ਰਿਗ। ਸਤਿਗੁਰਾਂ ਕਿਹਾ ਕਿ 100 ਵਾਰ ਕਿਸੇ ਨੂੰ ਫਟੇਮੂ ਕਹਿ ਲਈਏ ਨਾ ਤੇ ਇੱਕ ਵਾਰ ਤ੍ਰਿਗ ਬਣਦਾ ਆ। ਤੇ ਆਪਾਂ ਸਮਝ ਲਈਏ ਫਿਰ ਤ੍ਰਿਗ ਕਿਹਨੂੰ ਕਿਹਾ ਗਿਆ। ਮਹਾਰਾਜ ਕਹਿੰਦੇ ਤ੍ਰਿਗ ਇਹ ਆਸਾ ਦੂਜੇ ਭਾਵ ਕੀ, ਮਹਾਰਾਜ ਕਹਿੰਦੇ ਫਟਕਾਰਿਆ ਉਹਨੂੰ, ਤ੍ਰਿਗਿਆ ਉਹਨੂੰ, ਕਿਹੜੇ ਜੀਵ ਨੂੰ, ਜੋ ਮੋਹ ਮਾਇਆ ਚਿੱਤ ਲਾਏ। ਕਹਿੰਦੇ ਜਿਹੜਾ ਸੰਸਾਰ ਦੇ ਨਾਲ, ਕਿਉਂਕਿ ਸੰਸਾਰ ਕੀ ਹੈ, ਸੰਸਾਰ ਮੋਹ ਮਾਇਆ ਆ, ਜਿਹੜਾ ਸਾਨੂੰ ਭਰਮਾਉਂਦਾ, ਆਪਣੇ ਵੱਲ ਖਿੱਚਦਾ, ਆਪਣੇ ਵੱਲ ਅਟਰੈਕਟ ਕਰਦਾ, ਜਿਹੜਾ ਇਹਨੂੰ ਮਾਇਆ ਕਹਿ ਦਿੱਤਾ ਸੰਸਾਰ ਨੂੰ। ਜਿਵੇਂ ਕੱਲ ਵੀ ਗੁਰਮੁਖ ਸਵਾਲ ਪੁੱਛਦੇ ਸੀ ਕਿ ਪਰਮਾਤਮਾ ਤੇ ਕੁਦਰਤ ਇੱਕ ਆ, ਪਰ ਨਹੀਂ, ਕੁਦਰਤ ਉਹਨੇ ਬਣਾਈ ਆ, ਪਰ ਕੁਦਰਤ ਦੇ ਵਿੱਚ ਆਪ ਬੈਠਾ ਹੋਇਆ। ਬਣਾਈ ਉਹਨੇ ਆ ਪਰ ਆਪ ਬੈਠਾ। ਉਸ ਅਕਾਲ ਪੁਰਖ ਨੇ ਕੁਦਰਤ ਤੋਂ ਪਾਸੇ ਹੋ ਕੇ ਕੁਦਰਤ ਨੂੰ ਸ਼ਬਦ ਦੁਆਰਾ ਹੀ ਸਮਾਪਤੀ ਕਰਨੀ, ਕਿਉਂਕਿ ਪਸਾਰਾ ਵੀ ਸ਼ਬਦ ਦੁਆਰਾ ਹੋਇਆ। ਜਿਹਨੂੰ ਸਤਿਗੁਰੂ ਗੁਰਬਾਣੀ ਵਿੱਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਆ ਨਾ ਕਿ ਉਤਪਤ ਪਰਲੋ, ਉਤਪਤੀ ਵੀ ਸ਼ਬਦ ਦੁਆਰਾ ਹੋਈ, ਤੇ ਜਦੋਂ ਪਰਲੋ ਆਉਣੀ, ਮਹਾਂ ਪਰਲੋ ਆਉਣੀ, ਸ਼ਬਦ ਦੁਆਰਾ ਹੀ ਆਉਣੀ। ਤੇ ਦੁਬਾਰ ਜਦੋਂ ਫਿਰ ਅਕਾਲ ਪੁਰਖ ਨੇ ਕਿਰਪਾ ਕਰਕੇ ਸ੍ਰਿਸ਼ਟੀ ਦੀ ਰਚਨਾ ਕਰਨੀ, ਉਹ ਸ਼ਬਦ ਦੁਆਰਾ ਹੀ ਕਰਨੀ ਆ। ਮਹਾਰਾਜ ਕਹਿੰਦੇ ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਉਤਪਤੀ ਫਿਰ ਸ਼ਬਦ ਦੁਆਰਾ ਹੋਣੀ ਆ। ਤਾਂ ਹੀ ਸਤਿਗੁਰ ਇੱਥੇ ਵੀ ਆਪਾਂ ਨੂੰ ਸਮਝਾਉਂਦੇ, ਕਹਿੰਦੇ ਇਹ ਸੰਸਾਰ ਕੀ ਮੋਹ ਆ। ਹਾਏ ਮੇਰਾ ਮਾਂ ਨਾਲ ਪਿਆਰ, ਮੇਰਾ ਪਿਓ ਨਾਲ ਪਿਆਰ, ਮੇਰੇ ਬੱਚਿਆਂ ਨਾਲ, ਮੇਰੀ ਪਤੀ ਪਤਨੀ ਨਾਲ ਪਿਆਰ, ਮੇਰਾ ਦੋਸਤਾਂ ਮਿੱਤਰਾਂ ਨਾਲ, ਦੁਨੀਆ ਨੂੰ ਛੱਡਣ ਨੂੰ ਜੀ ਨਹੀਂ ਕਰਦਾ। ਜੇ ਕੋਈ ਵਿਛੋੜਾ ਦੇ ਜਾਂਦਾ, ਉਹਦੀ ਯਾਦ ਉਹਦੇ ਸਰੀਰ ਨੂੰ ਚੇਤੇ ਕਰ ਕਰਕੇ ਆਪਾਂ ਦੁਖੀ ਹੋਈ ਜਾਂਦੇ ਆ। ਤੇ ਮਹਾਰਾਜ ਤੇ ਸਮਝਾ ਰਹੇ ਬਾਰ-ਬਾਰ ਕਿ ਇਹ ਮੋਹ ਆ, ਇਹ ਮਾਇਆ ਆ, ਇਹ ਉਹ ਮਾਇਆ ਜਿਹਦੇ ਨਾਲ ਸਾਡਾ ਮੋਹ ਪੈ ਜਾਂਦਾ। ਤੇ ਮਹਾਰਾਜ ਕਹਿੰਦੇ ਫਟਕਾਰ ਹੈ ਇਹੋ ਜਿਹੇ ਮਨ ਦੇ ਉੱਪਰ, ਜਿਹੜਾ ਇੰਨਾ ਕੀਮਤੀ ਜਨਮ ਲੈ ਕੇ ਆਇਆ ਤੇ ਸੀ ਅਕਾਲ ਪੁਰਖ ਦੇ ਮਿਲਾਪ ਵਾਸਤੇ, ਪਰ ਮਾਇਆ ਨਾਲ ਮੋਹ ਪਾ ਕੇ ਬਹਿ ਗਿਆ। ਤਾਈਓ ਮਹਾਰਾਜ ਕਹਿੰਦੇ ਤ੍ਰਿਗ ਇਹ ਆਸਾ ਦੂਜੇ ਭਾਵ ਕੀ, ਜੋ ਮੋਹ ਮਾਇਆ ਚਿੱਤ ਲਾਏ। ਕਹਿੰਦੇ ਜਿਨਨੇ ਆਪਣਾ ਚਿੱਤ, ਆਪਣਾ ਮਨ ਇਸ ਸੰਸਾਰ ਦੇ ਨਾਲ ਲਾ ਲਿਆ। ਤੇ ਸਤਿਗੁਰੂ ਕੀ ਸਮਝਾਉਂਦੇ ਆ, ਕਹਿੰਦੇ ਹਰ ਸੁਖ ਪੱਲਰ ਤਿਆਗਿਆ। ਕਹਿੰਦੇ ਜਿਹੜਾ ਸੁਖ ਜਿਸ ਚੀਜ਼ ਨੇ ਦੇਣਾ ਸੀ ਉਹ ਤਿਆਗ ਦਿੱਤਾ। ਤਾਈਓ ਤੇ ਅੱਜ ਸਾਰਾ ਸੰਸਾਰ ਦੁਖੀ ਹੋਇਆ ਫਿਰਦਾ ਆ। ਧਨ ਦੌਲਤ ਵੀ ਬਹੁਤ ਆ, ਬੜਾ ਕੁਛ ਆ, ਪਰ ਕਿਸੇ ਨਾ ਕਿਸੇ ਗੱਲੋਂ ਦੁਖੀ ਜ਼ਰੂਰ ਆ ਕੋਈ ਜੀਵ। ਜਾਂ ਤੇ ਸਰੀਰ ਦੀ ਬਿਮਾਰੀ ਕਰਕੇ,
ਜਾਂ ਕਿਸੇ ਦੀ ਚੜ੍ਹਾਈ ਵੇਖ ਵੇਖ ਕੇ ਦੁਖੀ ਹੋਈ ਜਾਂਦਾ, ਜਾਂ ਧੀਆਂ ਪੁੱਤਰ ਕਹਿਣੇ ਨਹੀਂ ਮੰਨਦੇ ਤਾਂ ਦੁਖੀ ਹੋਈ ਜਾਂਦਾ, ਜਾਂ ਕਿਸੇ ਚੀਜ਼ ਦਾ ਘਾਟਾ, ਕਿਸੇ ਨਾ ਕਿਸੇ ਗੱਲੋਂ ਮਹਾਰਾਜ ਕਹਿੰਦੇ ਸੰਸਾਰ ਦੁਖੀ ਜ਼ਰੂਰ ਆ। ਕਿਉਂ? ਕਿਉਂਕਿ ਨੇ ਜਿਸ ਚੀਜ਼ ਨੇ ਸੁੱਖ ਦੇਣਾ ਸੀ ਉਹਨੂੰ ਤੇ ਭੁਲਾ ਬੈਠਾ, ਉਹਨੂੰ ਤੇ ਵਿਸਾਰ ਲਿਆ, ਉਹਦਾ ਤੇ ਗਿਆਨ ਹੀ ਨਹੀਂ ਲਿਆ। ਮਹਾਰਾਜ ਤਾਂ ਹੀ ਸਮਝਾਉਂਦੇ, ਹਰ ਸੁਖ ਪੱਲਰ ਤਿਆਗਿਆ। ਕਹਿੰਦੇ ਹਰੀ ਨੇ ਸੁੱਖ ਦੇਣਾ ਸੀ ਪਰ ਹਰੀ ਨੂੰ ਤੇ ਭੁਲਾਈ ਬੈਠਾ ਹੈ, ਮਾਲਕ ਨੂੰ ਤੇ ਭੁਲਾਈ ਬੈਠਾ। ਕਹਿੰਦੇ ਨਾਮ ਵਿਸਾਰ ਦੁੱਖ ਪਾਏ। ਦੁੱਖ ਕਿਉਂ ਦਾ? ਕਹਿੰਦੇ ਨਾਮ ਨੂੰ ਭੁੱਲ ਗਿਆ। ਕਿਉਂਕਿ ਜਦੋਂ ਆਪਾਂ ਮਨੁੱਖਾ ਜਨਮ ਲੈ ਕੇ ਸੰਸਾਰ ਵਿੱਚ ਪ੍ਰਗਟ ਹੁੰਨੇ ਆ, ਆਪਾਂ ਇਸ ਸੰਸਾਰ ਵਿੱਚ ਮਨ ਆਉਂਦਾ ਆ, ਇਹਨੂੰ ਚਾਰ ਚੀਜ਼ਾਂ ਮਿਲਦੀਆਂ, ਇਹਦੇ ਨਾਲ ਭੇਜੀਆਂ ਜਾਂਦੀਆਂ ਇਹਦੇ ਵਾਸਤੇ, ਇੱਥੇ ਸਾਰਾ ਕੁਝ ਕਮਾਉਣ ਵਾਸਤੇ। ਕਿਹੜੀਆਂ? ਮਹਾਰਾਜ ਕਹਿੰਦੇ ਚਾਰ ਪਦਾਰਥ ਲੈ ਜਗ ਆਇਆ। ਕਹਿੰਦੇ ਮਨ ਜਿਹੜਾ ਹੁਣ ਸਰੀਰ ਆ, ਸਰੀਰ ਖਾਲੀ ਹੱਥ ਆਉਂਦਾ ਤੇ ਖਾਲੀ ਹੱਥ ਚਲਾ ਜਾਂਦਾ, ਪਰ ਜਿਹੜਾ ਮਨ ਆ ਉਹਨੂੰ ਚਾਰ ਪਦਾਰਥ ਦਿੱਤੇ ਜਾਂਦੇ ਆ। ਕਹਿੰਦੇ ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਘਰ ਵਾਸਾ ਪਾਇਆ। ਸ਼ਿਵ ਕਹਿੰਦੇ ਅਕਾਲ ਪੁਰਖ ਵਾਹਿਗੁਰੂ। ਸ਼ਿਵ ਕਿਸੇ ਦੇਵਤਾ ਨੂੰ ਨਹੀਂ, ਦੇਵਤਾ ਹੋਰ ਹੋਊਗਾ, ਪਰ ਇੱਥੇ ਸ਼ਿਵ ਦਾ ਮਤਲਬ ਹੈ ਅਕਾਲ ਪੁਰਖ ਵਾਹਿਗੁਰੂ। ਸ਼ਕਤੀ ਕਹਿੰਦੇ ਮਾਇਆ ਨੂੰ, ਇਹ ਕੁਦਰਤ ਨੂੰ, ਮਾਇਆ ਨੂੰ ਸ਼ਕਤੀ ਕਹਿ ਦਿੱਤਾ। ਮਹਾਰਾਜ ਕਹਿੰਦੇ ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਘਰ ਵਾਸਾ ਪਾਇਆ, ਇੱਕ ਵਸਾਰੇ। ਹੁਣ ਇੱਥੇ ਨਾਮ ਦੀ ਗੱਲ ਆ ਗਈ। ਚਾਰ ਚੀਜ਼ਾਂ ਸੀ, ਤਿੰਨ ਚੀਜ਼ਾਂ ਯਾਦ ਰੱਖ ਲੀਆਂ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਤੇ ਨਾਮ ਮੋਖ ਦਾ ਹੱਟ ਜਿਹਨੂੰ ਕਹਿੰਦੇ ਇਹ ਭੁੱਲ ਗਿਆ। ਕਹਿੰਦੇ ਮਹਾਰਾਜ ਸਮਝਾਉਂਦੇ ਗੁਰਬਾਣੀ ਵਿੱਚ, ਕਹਿੰਦੇ ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਘਰ ਵਾਸਾ ਪਾਇਆ, ਇੱਕ ਵਸਾਰੇ ਤਾਂ ਪਿੜ ਹਾਰੇ, ਅੰਧਲੇ ਨਾਮ ਵਿਸਾਰਾ ਹੈ। ਕਹਿੰਦੇ ਅੰਨਿਆ ਇੱਕ ਚੀਜ਼ ਨੂੰ ਭੁਲਾ ਦਿੱਤੀ, ਉਹ ਨਾਮ ਭੁਲਾ ਦਿੱਤਾ ਹੀ। ਹੁਣ ਜੇ ਨਾਮ ਨੂੰ ਭੁੱਲ ਗਿਆ ਤੇ ਕਿੱਥੋਂ ਸੁੱਖ ਭਾਲਦਾ ਫਿਰਦਾ? ਦੁਨੀਆ ਦੀਆਂ ਵਸਤੂਆਂ ਇਕੱਠੀਆਂ ਕਰ ਲਾ, ਉਹ ਸਰੀਰ ਵਾਸਤੇ ਆ। ਸਰੀਰ ਦੀਆਂ ਇਕੱਠੀਆਂ ਕੀਤੀਆਂ ਹੋਈਆਂ ਚੀਜ਼ਾਂ ਮਨ ਨੂੰ ਸੁੱਖ ਨਹੀਂ ਦੇ ਸਕਦੀਆਂ। ਮਨ ਨੂੰ ਸੁੱਖ ਦੇ ਸਕਦੀ ਜਿਹੜੀ ਮਨ ਦੀ ਚੀਜ਼ ਆ। ਮਨ ਦੀ ਚੀਜ਼ ਕੀ ਆ? ਮਨ ਦੀ ਖੁਰਾਕ ਕੀ ਆ? ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰੱਖੋ ਸੰਭਾਲ, ਇਹ ਵਸਤ ਅਖੁੱਟ ਹੈ, ਗੁਰਮੁਖ ਨਿਭੇ ਨਾਲ। ਜਿਹੜਾ ਨਾਲ ਚੀਜ਼ ਜਾਂਦੀ ਆ ਉਹ ਆ ਨਾਮ। ਉਹ ਇੱਥੇ ਵੀ ਸੁੱਖ ਦਿੰਦਾ ਆ ਤੇ ਨਾਮ ਅੱਗੇ ਜਾ ਕੇ ਵੀ ਸੁੱਖ ਦਿੰਦਾ ਆ। ਹੁਣ ਤਾਈਓ ਮਹਾਰਾਜ ਗੁਰਬਾਣੀ 'ਚ ਕਹਿੰਦੇ ਆ, ਕਹਿੰਦੇ ਸੁੱਖ ਹਰ ਸੁੱਖ ਪੱਲਰ ਤਿਆਗਿਆ, ਨਾਮ ਵਿਸਾਰ ਦੁੱਖ ਪਾਏ। ਇੱਥੇ ਵੀ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿ ਰਹੇ ਆ, ਕਹਿੰਦੇ ਦੁੱਖ ਤਾਂ ਆਉਣਾ ਹੀ ਆ ਮਨ ਨੂੰ। ਸੰਸਾਰ ਦੀਆਂ ਚੀਜ਼ਾਂ ਭਾਵੇਂ ਇਕੱਠੀਆਂ ਕਰ ਲਾ, ਦੁੱਖ ਕਿਉਂ ਆਉਂਦਾ? ਕਿਉਂਕਿ ਜਿਸ ਨਾਮ ਨੇ ਸੁੱਖ ਦੇਣਾ ਸੀ ਤੂੰ ਤੇ ਉਹਨੂੰ ਭੁਲਾ ਦਿੱਤਾ। ਤੇ ਜਿਨੇ ਨਾਮ ਨੂੰ ਭੁਲਾ ਦਿੱਤਾ ਉਹਨੂੰ ਕੀ ਕਹਿ ਦਿੱਤਾ ਗੁਰਬਾਣੀ ਵਿੱਚ? ਮਨ ਮੁਖ ਕਹਿ ਦਿੱਤਾ। ਉਹਨੂੰ ਕਹਿ ਦਿੱਤਾ ਅਗਿਆਨੀ, ਉਹਨੂੰ ਅੰਨਾ ਕਹਿ ਦਿੱਤਾ। ਤੇ ਮਹਾਰਾਜ ਕਹਿੰਦੇ ਐਸਾ ਮਨਮੁਖ ਅਗਿਆਨੀ ਅੰਨਾ ਜਿਹੜਾ ਨਾ, ਉਹ ਫਿਰ ਜਨਮ ਤੇ ਮਰਨ ਦੇ ਗੇੜ 'ਚ ਰਹਿੰਦਾ, ਵਾਰ-ਵਾਰ ਸੰਸਾਰ 'ਚ ਜਨਮ ਜੂਨਾ ਭੋਗੀ ਜਾਊਗਾ। ਤਾਈਓ ਮਹਾਰਾਜ ਕਹਿੰਦੇ ਮਨਮੁਖ ਅਗਿਆਨੀ ਅੰਧਲੇ, ਜਨਮ ਮਰੇ ਫਿਰ ਆਵੈ ਜਾਏ। ਕਹਿੰਦੇ ਆਉਂਦਾ ਜਾਂਦਾ ਰਹੂਗਾ, ਜੰਮਦਾ ਰਹੂ, ਮਰਦਾ ਰਹੂਗਾ, ਉਹ ਥਿਰ ਨਹੀਂ ਹੋ ਸਕਦਾ। ਕਿਉਂਕਿ ਉਹਨੇ ਨਾਮ ਦੁਆਰਾ ਆਪਣੇ ਉਸ ਥਿਰ ਘਰ ਦਾ ਗਿਆਨ ਹੀ ਨਹੀਂ ਲਿਆ ਕਿ ਮੇਰਾ ਘਰ ਕਿੱਥੇ, ਜਿੱਥੇ ਜਾ ਕੇ ਮੈਂ ਟਿਕਾਊ 'ਚ ਆ ਸਕਦਾ। ਤੇ ਸਤਿਗੁਰ ਇੱਥੇ ਕਹਿੰਦੇ ਆ ਫਿਰ ਕੀ ਹੋਇਆ? ਕਹਿੰਦੇ ਜਿਸ ਕਾਰਜ ਕਰਨ ਵਾਸਤੇ ਮਨੁੱਖਾ ਜਨਮ ਮਿਲਿਆ ਸੀ ਕਿ ਭਾਈ ਇਹ ਸਰੀਰ 'ਚ ਰਹਿ ਕੇ ਤੂੰ ਅਕਾਲ ਪੁਰਖ ਦੀ ਪ੍ਰਾਪਤੀ ਕਰਨੀ ਆ, ਕੰਮ ਵੀ ਕਰਨਾ, ਦਸਾਂ ਨੌਆਂ ਦੀ ਕਿਰਤ ਵੀ ਕਰਨੀ ਆ, ਪਰਿਵਾਰ ਵੀ ਪਾਲਣਾ, ਪਰ ਨਾਲ ਦੀ ਨਾਲ ਅਕਾਲ ਪੁਰਖ ਦੀ ਪ੍ਰਾਪਤੀ ਵਾਸਤੇ ਜਨਮ ਮਿਲਿਆ। ਕਹਿੰਦੇ ਹੁਣ ਉਹ ਕੀ ਹੋਇਆ? ਕਹਿੰਦੇ ਜਿਹੜੇ ਕਾਰਜ ਵਾਸਤੇ ਸੰਸਾਰ 'ਚ ਆਇਆ ਸੀ ਉਹ ਕਾਰਜ ਸੰਪੂਰਨ ਨਹੀਂ ਹੋਇਆ। ਜਦੋਂ ਜਮਾ ਨੇ ਮਨ ਦੇ ਸਿਰ ਵਿੱਚ ਡੰਡਾ ਮਾਰ ਕੇ ਇਹਨੂੰ ਜਗਾਇਆ ਤੇ ਮਹਾਰਾਜ ਕਹਿੰਦੇ ਅੰਤ ਵੇਲੇ ਫਿਰ ਪਛਤਾਉਂਦਾ ਹੀ ਗਿਆ। ਤਾਈਓ ਮਹਾਰਾਜ ਕਹਿੰਦੇ ਕਾਰਜ ਸਿੱਧ ਨਾ ਹੋਵਨੀ, ਅੰਤ ਗਿਆ ਪਛਤਾਏ। ਮਹਾਰਾਜ ਕਹਿੰਦੇ ਅੰਤ ਸਮੇਂ ਫਿਰ ਪਛਤਾਉਂਦਾ ਵੀ ਉਹ ਇੰਨੇ ਕੀਮਤੀ ਸਵਾਸਾਂ ਦਾ ਧਨ, ਇੰਨਾ ਕੀਮਤੀ ਮਨੁੱਖਾ ਜਨਮ, ਕਿ ਇੰਨਾ ਕੀਮਤੀ ਸਾਰਾ ਕੁਝ ਮੈਂ ਗਵਾ ਕੇ ਆ ਗਿਆ। ਕਿਉਂਕਿ ਆਪਾਂ ਪੜ੍ਹਦੇ ਨਾ ਸਤਿਗੁਰ ਦੀ ਬਾਣੀ ਦੇ ਵਿੱਚ ਕਿ ਜਦੋਂ ਜਮਾਂ ਦਾ ਡੰਡਾ ਸਿਰ ਵਿੱਚ ਵੱਜਦਾ ਮਨ ਜਾਗਦਾ ਅੰਤ ਸਮੇਂ, ਕਿਉਂਕਿ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਸਿਮਰਨ ਕਰਕੇ ਮਨ ਜਾਗਦਾ, ਜਾਂ ਫਿਰ ਜਮਾਂ ਦਾ ਡੰਡਾ ਵੱਜਦਾ ਫਿਰ ਮਨ ਜਾਗਦਾ। ਮਹਾਰਾਜ ਕਹਿੰਦੇ ਜਮ ਕੋ ਡੰਡ ਪਰਿਓ ਸਿਰ ਉੱਪਰ, ਤਬ ਸੋਵਤ ਤੈ ਜਾਗਿਓ, ਕਹਾਂ ਹੋਤ ਅਬ ਕਹਿ ਪਛਤਾਇਓ, ਛੂਟਤ ਨਾਹਿ ਨ ਭਾਗਿਓ। ਮਹਾਰਾਜ ਕਹਿੰਦੇ ਹੁਣ ਪਛਤਾਉਣ ਦਾ ਕੀ ਫਾਇਦਾ ਜਦੋਂ ਅੰਤ ਸਮਾਂ ਆ ਜਾਂਦਾ। ਇੱਥੇ ਵੀ ਸਤਿਗੁਰ ਕਹਿੰਦੇ ਕਾਰਜ ਸਿੱਧ ਨਾ ਹੋਵਨੀ, ਅੰਤ ਗਿਆ
ਪਛਤਾਏ। ਕਹਿੰਦੇ ਫਿਰ ਅੰਤ ਸਮੇਂ ਪਛਤਾਉਣ ਦਾ ਫਾਇਦਾ ਹੀ ਨਹੀਂ, ਕਿਉਂਕਿ ਫਿਰ ਤੇ ਸਰੀਰ ਮਨੁੱਖਾ ਜਨਮ ਹੱਥੋਂ ਖੁੱਸ ਗਿਆ, ਚਲਾ ਗਿਆ। ਤੇ ਮਹਾਰਾਜ ਕੀ ਸਮਝਾਉਂਦੇ ਗੁਰਬਾਣੀ ਵਿੱਚ? ਮਹਾਰਾਜ ਕਹਿੰਦੇ ਜਿਸ ਕਰਮ ਹੋਵੈ ਤਿਸ ਸਤਿਗੁਰ ਮਿਲੈ, ਸੋ ਹਰ ਹਰ ਨਾਮ ਧਿਆਏ। ਮਹਾਰਾਜ ਕਹਿੰਦੇ ਜਿਹਦੇ ਕਰਮਾਂ 'ਚ ਮਾਲਕ ਨੇ ਲਿਖਿਆ ਕਿ ਹਰੀ ਦਾ ਨਾਮ ਧਿਆਉਣਾ, ਕਿਉਂਕਿ ਸੰਗਤ ਮਿਲਣੀ ਹੀ ਇੱਕ ਕਰਮਾਂ ਦੀ ਨਿਸ਼ਾਨੀ ਆ। ਪਹਿਲੀ ਗੱਲ ਸਭ ਤੋਂ ਵੱਡੀ ਤੇ ਇਹ ਆ, ਕਰਮਾਂ ਤੋਂ ਬਗੈਰ ਸੰਗਤ ਹੀ ਨਹੀਂ ਮਿਲਦੀ, ਭਾਗਾਂ ਤੋਂ ਬਗੈਰ ਸੰਗਤ ਮਿਲਦੀ ਨਹੀਂ। ਤਾਈਓ ਤੇ ਮਹਾਰਾਜ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਣ ਭਰਮ ਚੋਟਾਂ ਖਾਵੇ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਹੁਣ ਸਾਡੇ ਵੱਡੇ ਭਾਗ ਆ ਨਾ, ਸਾਡੇ ਚੰਗੇ ਕਰਮਿਆਂ ਤੇ ਸਾਨੂੰ ਸੰਗਤ ਪ੍ਰਾਪਤ ਹੋਈ, ਜਿੱਥੇ ਨਾਮ ਦੇ ਭੇਤ ਦਿੱਤਾ ਜਾ ਰਿਹਾ, ਜਿੱਥੇ ਨਾਮ ਜਪਿਆ ਤੇ ਜਪਾਇਆ ਜਾ ਰਿਹਾ। ਇਸ ਤੋਂ ਵੱਡੀ ਸੱਚੀ ਸੰਗਤ ਹੋਰ ਕੀ ਹੋ ਸਕਦੀ ਆ? ਮਹਾਰਾਜ ਕਹਿੰਦੇ ਆ ਜਿਸ ਕਰਮ ਹੋਵੈ ਤਿਸ ਸਤਿਗੁਰ ਮਿਲੈ, ਸੋ ਹਰ ਹਰ ਨਾਮ ਧਿਆਏ। ਕਹਿੰਦੇ ਫਿਰ ਉਹ ਪਰਮਾਤਮਾ ਦਾ ਨਾਮ ਜ਼ਰੂਰ ਜਪਦਾ, ਅਕਾਲ ਪੁਰਖ ਦਾ। ਤੇ ਕੀ ਕਹਿੰਦੇ ਸਤਿਗੁਰੂ? ਕਹਿੰਦੇ ਨਾਮ ਰਤੇ ਜਨ ਸਦਾ ਸੁਖ ਪਾਇਨ। ਹੁਣ ਕੀ ਹੋਇਆ? ਜਿਹੜੇ ਨਾਮ ਨੂੰ ਭੁਲਾ ਕੇ ਜੀਵ ਦੁਖੀ ਸੀ, ਉਸੇ ਨਾਮ ਨੂੰ ਜਪਦਾ ਜਪਦਾ ਹੁਣ ਸੁਖੀ ਹੋ ਗਿਆ, ਦੁੱਖ ਤੋਂ ਸੁਖ ਵਿੱਚ ਆ ਗਿਆ। ਕਹਿੰਦੇ ਨਾਮ ਰਤੇ, ਲੇਕਿਨ ਕਿਵੇਂ? ਇਹ ਨਹੀਂ ਵੀ 1-2 ਮਿੰਟ ਜਪ ਲਿਆ, 5 ਮਿੰਟ ਜਪ ਲਿਆ, 10 ਮਿੰਟ ਜਪ ਲਿਆ, ਜਾਂ ਜਿੰਨਾ ਕੁ ਚਿਰ ਸੰਗਤ ਵਿੱਚ ਆਏ ਜਪ ਲਿਆ ਤੇ ਬਾਅਦ ਵਿੱਚ ਭੁੱਲ ਗਏ, ਕਦੀ ਜਪਣਾ ਨਹੀਂ। ਕਹਿੰਦੇ ਰੱਤੇ, ਰੱਤੇ ਦਾ ਮਤਲਬ ਹਮੇਸ਼ਾ ਅਕਾਲ ਪੁਰਖ ਨੂੰ ਮਨ ਦੇ ਅੰਦਰ ਵਸਾ ਕੇ ਰੱਖਣਾ। ਹੁਣ ਬਹੁਤ ਸਾਰੇ ਸੰਸਾਰ ਦੇ ਜੀਵ ਆ ਡਿਪਰੈਸ਼ਨ 'ਚ ਚਲੇ ਜਾਂਦੇ ਆ, ਇੰਗਜ਼ਾਇਟੀ ਹੋ ਜਾਂਦੀ ਆ, ਫਿਕਰ ਚਿੰਤਾ 'ਚ ਚਲੇ ਜਾਂਦੇ ਆ। ਕਿਉਂ ਜਾਂਦੇ? ਕਿਉਂਕਿ ਉਹ ਮਨ ਦੇ ਅੰਦਰ ਸੰਸਾਰ ਨੂੰ ਸੋਚੀ ਜਾਂਦੇ ਆ, ਤਾਂ ਦੁਖੀ ਹੁੰਦੇ ਆ। ਪਰ ਚਿੰਤਾ, ਫਿਕਰ ਤੇ ਡਿਪਰੈਸ਼ਨ 'ਚ ਜਾਣ ਵਾਲੇ ਗੁਰਮੁਖੋ ਇੱਕ ਗੱਲ ਯਾਦ ਰੱਖਿਓ, ਜਦੋਂ ਚਿੰਤਾ ਆਉਣ ਲੱਗੇ ਨਾ, ਦੁਨੀਆ ਨੂੰ ਭੁਲਾ ਦਿਓ, ਨਿਰੰਕਾਰ ਬਾਰੇ ਸੋਚੀ ਜਾਓ ਕਿ ਮੈਂ ਕਿਵੇਂ ਮਿਲਾਂ, ਬਾਣੀ ਕਿਵੇਂ ਪੜ੍ਹਾਂ, ਸਿਮਰਨ ਕਿਵੇਂ ਕਰਾਂ। ਇਹ ਚਿੰਤਾ ਕਰੋ, ਜਾਂ ਚਿੰਤਾ ਕਰੋ ਜਿਹੜੀ ਅੰਤ ਸਮੇਂ ਅਨਹੋਣੀ ਸਾਡੇ ਨਾਲ ਵਾਪਰਨੀ। ਤਾਈਓ ਤੇ ਮਹਾਰਾਜ ਕਹਿੰਦੇ ਤਿੰਨ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ। ਇਹ ਸੰਸਾਰ ਦੀਆਂ ਚਿੰਤਾ ਕਿਉਂ ਲਈ ਬੈਠੇ ਹੋ? ਅਨਹੋਣੀ ਦੀ ਚਿੰਤਾ ਕਰੋ, ਜਾਂ ਚਿੰਤਾ ਕਰੋ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਯਾਦ ਕਰੀ ਜਾਓ, ਚਿੰਤਾ 'ਚ, ਫਿਕਰ 'ਚ ਹੀ। ਦੇਖਿਓ ਫਿਰ ਉਹ ਫਿਕਰ ਚਿੰਤਾ ਵੀ ਇੱਕ ਖੇੜਾ ਬਣ ਜਾਊਗਾ ਮਨ ਦਾ ਆਨੰਦ ਅਵਸਥਾ ਦਾ। ਮਹਾਰਾਜ ਕਹਿੰਦੇ ਨਾਮ ਰਤੇ ਜਨ ਸਦਾ ਸੁਖ ਪਾਇਨ, ਜਨ ਨਾਨਕ ਤਿਨ ਬਲ ਜਾਏ। ਦੇਖੋ ਵਡਿਆਈ ਵੀ ਦੇ ਦਿੱਤੀ ਸਿਮਰਨ ਕਰਨ ਵਾਲਿਆਂ ਨੂੰ, ਨਾਮ ਦੀ ਪ੍ਰਾਪਤੀ ਕਰਨ ਵਾਲਿਆਂ ਨੂੰ ਵਡਿਆਈ ਵੀ ਦੇ ਦਿੱਤੀ ਸਤਿਗੁਰ ਨੇ। ਕਹਿੰਦੇ ਮੈਂ ਬਲਿਹਾਰ ਜਾਂਦਾ ਹਾਂ, ਮੈਂ ਬਲਿਹਾਰੀ ਜਾਂਦਾ ਹਾਂ ਐਸੇ ਗੁਰਮੁਖਾਂ ਤੋਂ ਜਿਹੜਾ ਉਹਦਾ ਨਾਮ ਜਪਦੇ ਨੇ, ਸਿਮਰਨ ਕਰਦੇ ਨੇ। ਕਹਿੰਦੇ ਨਾਮ ਰਤੇ ਜਨ ਸਦਾ ਸੁਖ ਪਾਇਨ, ਜਨ ਨਾਨਕ ਤਿਨ ਬਲ ਜਾਏ। ਕਹਿੰਦੇ ਬਲਿਹਾਰ ਜਾਂਦਾ ਜਿਹੜੇ ਤੇਰਾ ਕਲਯੁਗ ਦੇ ਇੰਨੇ ਭਿਅੰਕਰ ਸਮੇਂ ਵਿੱਚ ਵੀ ਤੈਨੂੰ ਯਾਦ ਕਰਦੇ ਆ, ਤੇਰਾ ਨਾਮ ਜਪਦੇ ਆ। ਤੇ ਮਹਾਰਾਜ ਗੁਰਬਾਣੀ 'ਚ ਕਹਿੰਦੇ ਆ ਆਸਾ ਮਨਸਾ ਜਗ ਮੋਹਣੀ, ਜਿਨ ਮੋਹਿਆ ਸੰਸਾਰ। ਮਹਾਰਾਜ ਕਹਿੰਦੇ ਜਿਹੜੀ ਆਸ ਰੱਖਦੇ ਹੋ ਮਨ ਦੇ ਵਿੱਚ ਸੰਸਾਰ ਦੀਆਂ ਚੀਜ਼ਾਂ ਦੀ, ਮਨਸਾ ਰੱਖਦੇ ਹੋ, ਇਹ ਤਾਂ ਮਾਇਆ, ਇਹ ਤੁਹਾਡੇ ਮਨ ਨੂੰ ਮੋਹਣਦੀ ਆ। ਕਹਿੰਦੇ ਆਸਾ ਮਨਸਾ ਜਗ ਮੋਹਣੀ, ਜਿਨ ਮੋਹਿਆ ਸੰਸਾਰ। ਸਾਰੇ ਸੰਸਾਰ ਨੂੰ ਮੋਹਿਆ ਇਸ ਦ੍ਰਿਸ਼ਟਮਾਨ ਚੀਜ਼ਾਂ ਨੇ। ਇਹਨਾਂ ਨੇਤਰਾਂ ਨਾਲ ਬਗਾਨਾ ਤਨ ਵੇਖਦੇ ਹੋ ਕਿਸੇ ਇਸਤਰੀ ਦਾ, ਇਸਤਰੀ ਪੁਰਸ਼ ਦਾ ਤਨ ਦੇਖਦੀ ਆ, ਤੇ ਮਹਾਰਾਜ ਕਹਿੰਦੇ ਉਹ ਕਾਮ ਦੀਆਂ ਵਾਸ਼ਨਾਵਾਂ ਵਿੱਚ ਮੋਹੇ ਜਾਂਦੇ ਨੇ। ਜੇ ਇਹਨਾਂ ਨੇਤਰਾਂ ਨਾਲ ਕਿਸੇ ਜੀਵ ਨੂੰ ਦੇਖਦੇ ਜਿਹਦੇ ਨਾਲ ਈਰਖਾ ਤੇ ਵੈਰ ਵਿਰੋਧ ਹੁੰਦੀ ਆ, ਤੇ ਕ੍ਰੋਧ ਦੇ ਵਿੱਚ ਮਹਾਰਾਜ ਕਹਿੰਦੇ ਮੋਹੇ ਜਾਂਦੇ ਆ। ਧੀਆਂ ਪੁੱਤਰਾਂ ਦਾ ਮੋਹ ਆ ਜਾਂਦਾ, ਆਪਣੇ ਸਰੀਰ ਦਾ ਵੀ ਮੋਹ ਆ ਜਾਂਦਾ ਕਿ ਮੈਂ ਇੰਨਾ ਸੋਹਣਾ ਆ, ਇੰਨੀ ਜਵਾਨੀ ਆ, ਮਿਰਚ ਬਾਲਿਆ, ਇੰਨਾ ਮਿਰਚ ਜੋਰ ਆ। ਇਹ ਇੱਕ ਇੱਕ ਚੀਜ਼ ਦੀ ਮੋਹ ਨੂੰ ਹੀ ਹੰਕਾਰ ਕਹਿ ਦਿੱਤਾ। ਮਹਾਰਾਜ ਕਹਿੰਦੇ ਆ ਸਾਰਾ ਸੰਸਾਰ ਹੀ ਮੋਹਿਆ ਪਿਆ ਕਿਸੇ ਨਾ ਕਿਸੇ ਚੀਜ਼ ਦੇ ਵਿੱਚ। ਮਹਾਰਾਜ ਕਹਿੰਦੇ ਆਸਾ ਮਨਸਾ ਜਗ ਮੋਹਣੀ, ਜਿਨ ਮੋਹਿਆ ਸੰਸਾਰ। ਤੇ ਕੀ ਕਹਿੰਦੇ ਆ? ਕਹਿੰਦੇ ਸਭ ਕੋ ਜਮ ਕੇ ਚੀਰੇ ਵਿੱਚ ਹੈ। ਚੀਰੇ ਦਾ ਮਤਲਬ ਕੀ? ਚਿੱਠੀ ਵਿੱਚ। ਇੱਥੇ ਚੀਰੇ ਦਾ ਮਤਲਬ ਚੀਰਾ ਦੇਣਾ ਨਹੀਂ, ਇੱਥੇ ਚੀਰੇ ਦਾ ਮਤਲਬ ਚਿੱਠੀ ਆ। ਕਿਉਂਕਿ ਆਪਾਂ ਪੜ੍ਹਦੇ ਆ ਨਾ ਕਿ 3 ਚਿੱਠੀਆਂ ਹੁੰਦੀਆਂ ਨੇ ਜਦੋਂ ਅਸੀਂ ਜਨਮ ਲੈਂਦੇ, ਜਦੋਂ ਤੋਂ ਅਕਾਲ ਪੁਰਖ ਨੇ ਸਾਨੂੰ ਸੰਸਾਰ 'ਚ ਭੇਜਿਆ। ਇੱਕ ਚਿੱਠੀ ਸਾਡੇ ਮੱਥੇ ਤੇ ਲਿਖੀ ਆ। ਮੱਥੇ ਤੇ ਚਿੱਠੀ ਦੇ ਵਿੱਚ ਕੀ ਲਿਖਿਆ?
ਮਹਾਰਾਜ ਕਹਿੰਦੇ ਸਤਨਾਮ ਕਰਤਾ ਪੁਰਖ ਹੀ ਰਤਨਾ ਖਾਣੀ ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ। ਇੱਕ ਚਿੱਠੀ ਮੈਂ ਤੈਨੂੰ ਇੱਥੇ ਲਿਖ ਕੇ ਦਿੱਤੀ ਆ ਕਿ ਹਰੀ ਦਾ ਸਿਮਰਨ ਕਰਨਾ ਦੁਨੀਆ 'ਚ ਜਾ ਕੇ। ਇੱਕ ਚਿੱਠੀ ਚੀਰੀ ਜਿਹੜੀ ਆ ਉਹ ਅਕਾਲ ਪੁਰਖ ਨੇ ਦਰਗਾਹ 'ਚ ਰੱਖੀ ਆ। ਜਦੋਂ ਉਹ ਪਾੜ ਦਿੱਤੀ ਜਾਂਦੀ ਆ, ਜਦੋਂ ਸੱਦਾ ਆਉਂਦਾ ਸਾਨੂੰ ਉੱਥੋਂ, ਮਹਾਰਾਜ ਕਹਿੰਦੇ ਚੀਰੀ ਜਿਨ ਕੀ ਦਰਗਹਿ ਪਾਟੀ ਤਿੰਨਾ ਮਰਨਾ ਭਾਈ। ਤੀਜੀ ਚਿੱਠੀ ਕਿਹੜੀ ਆ? ਜਦੋਂ ਗੰਢ ਖੋਲ ਕੇ ਮਨ ਨੂੰ ਬਾਹਰ ਸੱਦਿਆ ਜਾਂਦਾ ਸਰੀਰ 'ਚੋਂ, ਉੱਥੇ ਉਹ ਚੀਰੀ ਪੜ੍ਹ ਕੇ ਇਹਨੂੰ ਸੁਣਾਈ ਜਾਂਦੀ ਆ ਕਿ ਅਮਲ ਸਿਰਾਨੂੰ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ ਕਿਆ ਤੈਂ ਖੱਟਿਆ ਕਹਾਂ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ। ਹੁਣ ਮਹਾਰਾਜ ਕਹਿੰਦੇ ਆ ਜਿਹੜਾ ਜੀਵ ਪਰਮਾਤਮਾ ਨੂੰ ਭੁੱਲ ਕੇ ਸੰਸਾਰ ਦੇ ਵਿੱਚ ਮੋਇਆ ਗਿਆ ਵਾ, ਤੇ ਮਹਾਰਾਜ ਕਹਿੰਦੇ ਉਹ ਜਮ ਦੀ ਚਿੱਠੀ ਦੇ ਵਿੱਚ ਹੈਗਾ। ਉਹਦੀ ਚਿੱਠੀ ਪਾਟੀ ਨਹੀਂ, ਚਿੱਠੀ ਪਾਟ ਦੀ ਕਿਹਦੀ ਆ? ਮਹਾਰਾਜ ਕਹਿੰਦੇ ਉਹਦੀ ਪਾੜ ਦਿੱਤੀ ਜਾਂਦੀ ਆ ਜਿਨ੍ਹਾਂ ਦਾ ਲੇਖਾ ਸਮਾਪਤ ਹੋ ਜਾਂਦਾ। ਉਹ ਜਮ ਚਿੱਠੀ ਨੂੰ ਹੀ ਸੁੱਟ ਦਿੰਦੇ ਨੇ, ਪਿਓ ਨੂੰ ਖਤਮ ਕਰ ਦਿੰਦੇ ਨੇ ਕਿ ਇਹਦਾ ਤੇ ਪਰਮਾਤਮਾ ਦਾ ਕੋਈ ਲੇਖਾ ਨਹੀਂ। ਸਤਿਗੁਰੂ ਗੁਰਬਾਣੀ 'ਚ ਕਹਿੰਦੇ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ। ਜਿੰਨੇ ਆਕਾਰ ਸ੍ਰਿਸ਼ਟੀ ਕੁਦਰਤ ਬਣਾਈ ਹੋਈ ਆ, ਮਹਾਰਾਜ ਕਹਿੰਦੇ ਉਹ ਸਾਰੇ ਜਮਾਂ ਦੇ ਵਸ ਵਿੱਚ ਆ। ਤੇ ਸਤਿਗੁਰ ਕੀ ਕਹਿੰਦੇ ਆ? ਕਹਿੰਦੇ ਹੁਕਮੀ ਹੀ ਜਮ ਲੱਗਦਾ ਸੋ ਉਬਰੈ ਜਿਸ ਬਖਸ਼ੈ ਕਰਤਾਰ। ਕਿਉਂਕਿ ਜਮ ਵੀ ਕੀ ਕਰੇ, ਉਹ ਵੀ ਪਰਮਾਤਮਾ ਦੇ ਹੁਕਮ ਵਿੱਚ ਆ। ਉਹ ਵੀ ਆਪਣੀ ਮਰਜ਼ੀ ਨਾਲ ਨਹੀਂ ਕੁਛ ਕਰਦਾ ਕਿ ਕਿਸੇ ਸਰੀਰ ਨੂੰ ਕਿੱਦਾਂ ਦੀ ਸਜ਼ਾ ਦੇਣੀ ਆ, ਉਹਨੂੰ ਕਿਵੇਂ ਸਰੀਰ ਦੇ ਵਿੱਚੋਂ ਮਨ ਨੂੰ ਕੱਢ ਕੇ ਲੈ ਕੇ ਜਾਣਾ, ਉਹ ਵੀ ਅਕਾਲ ਪੁਰਖ ਦੇ ਹੁਕਮ ਵਿੱਚ ਆ। ਪਰ ਇੱਥੇ ਜਿਵੇਂ ਆਪਾਂ ਅੱਗੇ ਵੀ ਜ਼ਿਕਰ ਕਰਦੇ ਹਾਂ ਕਿ ਵਾਹਿਗੁਰੂ ਨੇ ਸਾਨੂੰ ਨਿਰਾਸ਼ ਨਹੀਂ ਹੋਣ ਦਿੱਤਾ, ਤਾਂ ਵੀ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਕਿ ਨਿਰਾਸ਼ ਨਾ ਹੋਵੋ ਕਿਉਂਕਿ ਹੁਕਮੀ ਹੀ ਜਮ ਲੱਗਦਾ ਸੋ ਉਬਰੈ। ਕਹਿੰਦੇ ਉਹ ਨਿਕਲ ਵੀ ਜਾਂਦੇ ਇਸ ਖੇਲ ਦੇ ਵਿੱਚੋਂ। ਸੋ ਉਬਰੈ ਜਿਸ ਬਖਸ਼ੈ ਕਰਤਾਰ, ਜਿਹਨੂੰ ਵਾਹਿਗੁਰੂ ਨੇ ਬਖਸ਼ ਲਿਆ। ਤੇ ਬਖਸ਼ਿਆ ਕਿਹੜਾ ਜਾਂਦਾ? ਜਿਹੜਾ ਅਕਾਲ ਪੁਰਖ ਦੀ ਗੱਲ ਮੰਨਦਾ, ਜਿਹੜਾ ਗੁਰਬਾਣੀ ਦੀ ਗੱਲ ਮੰਨ ਲੈਂਦਾ ਕਿ ਮੈਂ ਮਿਲਣ ਵਾਸਤੇ ਆਇਆ। ਤੇ ਮਿਲਣਾ ਕਿਵੇਂ ਆ? ਸਿਮਰਨ ਕਰਕੇ। ਸਿਮਰਨ ਕਿਵੇਂ ਕਰਨਾ? ਉਹ ਸਿਮਰਨ ਕਰਨ ਦੀਆਂ ਵਿਧੀਆਂ ਗੁਰਬਾਣੀ ਵਿੱਚ ਲਿਖੀਆਂ ਹੋਈਆਂ ਕਿ ਵਾਹਿਗੁਰੂ ਦਾ ਨਾਮ ਕਿਵੇਂ ਧਿਆਉਣਾ। ਮਹਾਰਾਜ ਕਹਿੰਦੇ ਆ ਨਾਨਕ ਗੁਰ ਪ੍ਰਸਾਦੀ ਇਹੋ ਮਨ ਤਾਂ ਤਰੈ ਜਾਂ ਛੋੜੈ ਹੰਕਾਰ। ਦੇਖੋ ਸਤਿਗੁਰਾਂ ਨੇ ਸਾਡੇ ਮਨਾਂ ਦੀ ਬਿਰਤੀ ਸਮਝਾ ਦਿੱਤੀ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਇਹ ਮਨ ਤਾਂ ਤਰ ਸਕਦਾ ਜੇ ਅੰਦਰੋਂ ਆਪਣੇ ਆਪ ਨੂੰ ਖਤਮ ਕਰ ਲਵੇ, ਮੈਂ ਮੇਰੀ ਨੂੰ, ਭਾਵ ਕਿ ਹੰਕਾਰ ਨੂੰ ਖਤਮ ਕਰ ਲਵੇ। ਕਹਿੰਦੇ ਤਰ ਸਕਦਾ ਆ। ਮਹਾਰਾਜ ਕਹਿੰਦੇ ਨਾਨਕ ਗੁਰ ਪ੍ਰਸਾਦੀ ਇਹੋ ਮਨ ਤਾਂ ਤਰੈ ਜਾਂ ਛੋੜੈ ਅਹੰਕਾਰ। ਜਦੋਂ ਹੰਕਾਰ ਸਾਡੇ ਅੰਦਰੋਂ ਖਤਮ ਹੋ ਗਿਆ, ਕਿਸੇ ਵੀ ਚੀਜ਼ ਦਾ ਅਸੀਂ ਅੰਦਰੋਂ ਆਪਣੇ ਆਪ ਨੂੰ ਬਿਲਕੁਲ ਡੈਡ ਕਰ ਲਿਆ, ਖਤਮ ਕਰ ਲਿਆ, ਮਹਾਰਾਜ ਕਹਿੰਦੇ ਉਹ ਤਰ ਸਕਦਾ ਜੀਵ। ਤਰ ਸਕਦਾ ਦਾ ਮਤਲਬ ਕਿ ਅਕਾਲ ਪੁਰਖ ਨੂੰ ਮਿਲਾਪ ਕਰ ਸਕਦਾ ਉਹ। ਤੇ ਸਤਿਗੁਰ ਕੀ ਕਹਿੰਦੇ ਆ ਮਹਾਰਾਜ ਗੁਰਬਾਣੀ ਦੇ ਵਿੱਚ? ਕਹਿੰਦੇ ਆਸਾ ਮਨਸਾ ਮਾਰੇ ਨਿਰਾਸ਼ ਹੋਏ ਗੁਰ ਸ਼ਬਦੀ ਵਿਚਾਰ। ਨਿਰਾਸ਼ ਦਾ ਮਤਲਬ ਇਹ ਨਹੀਂ ਕਿ ਚਿੰਤਾ 'ਚ, ਕਹਿੰਦੇ ਨਿਰਾਸ਼ ਉਸ ਚੀਜ਼ ਤੋਂ ਹੋ ਜਾਵੇ ਜਿਹੜੀਆਂ ਅੰਦਰ ਮਨ ਦੇ ਅੰਦਰ ਆਸਾ ਤੇ ਮਨਸਾ ਲੈ ਕੇ ਬੈਠਾ, ਉਹਨੂੰ ਖਤਮ ਕਰ ਦੇਵੇ। ਹੁਣ ਮਹਾਰਾਜ ਕਹਿੰਦੇ ਆਸਾ ਮਨਸਾ ਮਾਰੇ ਨਿਰਾਸ਼ ਹੋਏ ਗੁਰ ਸ਼ਬਦੀ ਵਿਚਾਰ। ਤੇ ਕੀ ਕਰੇ? ਆਪਣੇ ਅੰਦਰ ਜਿੱਥੇ ਚਿੰਤਾ ਤੇ ਫਿਕਰ ਦੀ ਥਾਂ ਤੇ ਗੁਰੂ ਦੇ ਸ਼ਬਦ ਦੀ ਵਿਚਾਰ ਅੰਦਰ ਸਮਾ ਲਵੇ ਕਿ ਵਾਹਿਗੁਰੂ ਦਾ ਸ਼ਬਦ ਕੀ ਹੈ, ਉਹ ਸ਼ਬਦ ਕਿੱਥੇ ਵੱਜ ਰਿਹਾ ਸਾਡੇ ਅੰਦਰ, ਉਹ ਸ਼ਬਦ ਕਿੱਥੋਂ ਪ੍ਰਗਟ ਹੋ ਰਿਹਾ। ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਗੁਰਬਾਣੀ ਦੁਆਰਾ ਆਪਣੇ ਅੰਦਰ ਵਿਚਾਰ ਪੈਦਾ ਕਰ ਲਵੇ, ਉਹਦੀਆਂ ਆਸਾਂ ਤੇ ਮਨਸਾ ਜਿਹੜੀਆਂ ਨੇ ਸੰਸਾਰ ਦੀਆਂ ਖਤਮ ਹੋ ਜਾਂਦੀਆਂ। ਕਿਉਂਕਿ ਅਸੀਂ ਚਿੰਤਾ ਵਿੱਚ ਕਿਵੇਂ ਜਾਂਦੇ ਹਾਂ, ਸਾਨੂੰ ਡਿਪਰੈਸ਼ਨ ਕਦੋਂ ਹੁੰਦੀ ਆ? ਜਦੋਂ ਸੰਸਾਰ ਦੀਆਂ ਦੁਨੀਆ ਦੀਆਂ ਚੀਜ਼ਾਂ ਦੀਆਂ ਅਸੀਂ ਆਸਾ ਤੇ ਮਨਸਾ ਆਪਣੇ ਅੰਦਰ ਵਿੱਚ ਰੱਖਦੇ ਹਾਂ, ਭਾਵ ਕਿ ਚਿੰਤਾ ਫਿਕਰ ਰੱਖਦੇ ਕਿ ਮੈਨੂੰ ਆ ਵੀ ਨਹੀਂ ਮਿਲਿਆ, ਮੇਰਾ ਉਹ ਵੀ ਕੰਮ ਨਹੀਂ ਹੋਇਆ, ਹਾਏ ਕਿਵੇਂ ਹੋਊਗਾ, ਹਾਏ ਪਤਾ ਨਹੀਂ ਕਿਵੇਂ ਮੈਂ ਸਾਰਾ ਕੁਝ ਕਰ ਸਕੂੰਗਾ। ਉਦੋਂ ਜਿੰਨਾ ਚਿਰ ਸਾਡੇ ਅੰਦਰ ਆਸਾ ਮਨਸਾ ਨਹੀਂ ਖਤਮ ਹੁੰਦੀ, ਮਹਾਰਾਜ ਕਹਿੰਦੇ ਮਨ ਨੂੰ ਸੁੱਖ ਨਹੀਂ ਮਿਲ ਸਕਦਾ। ਸਤਿਗੁਰੂ ਗੁਰਬਾਣੀ 'ਚ ਅੱਗੇ ਗਿਆਨ ਦਿੰਦੇ ਆ। ਮਹਾਰਾਜ ਕਹਿੰਦੇ ਜਿੱਥੈ ਜਾਈਐ ਜਗਤ ਮੈਂ ਤਿੱਥੈ ਹਰ ਸਾਈਂ। ਹੁਣ ਕੋਈ ਕਹਿੰਦਾ ਜੀ ਪਰਮਾਤਮਾ ਇੱਥੇ ਵਸਦਾ, ਕੋਈ ਕਹਿੰਦਾ ਫਲਾਣੀ ਥਾਂ ਵਸਦਾ। ਤੇ ਅੱਜ ਦੇ ਪਰਮਾਤਮਾ ਨੇ, ਸਤਿਗੁਰ ਨੇ ਕਿਰਪਾ ਕੀਤੀ, ਪਾਵਨ ਸ਼ਬਦਾਂ ਵਿੱਚ ਕਹਿ ਦਿੱਤਾ, ਕਹਿੰਦੇ ਜਿੱਥੇ ਮਰਜ਼ੀ ਚਲੇ ਜਾਓ ਪਰਮਾਤਮਾ ਤੁਹਾਡੇ ਅੰਗ ਸੰਗ ਆ। ਕਿਉਂ?
ਕਿਉਂਕਿ ਜਿਹੜਾ ਧਰਤੀ ਤੋਂ ਲੈ ਕੇ ਅਸਮਾਨ ਦੀ ਵਿਚਲੀ ਸਪੇਸ ਆ ਨਾ, ਇਹ ਪਰਮਾਤਮਾ ਹੀ ਪਰਮਾਤਮਾ ਅਕਾਲ ਪੁਰਖ ਆਪ ਪ੍ਰਕਾਸ਼ ਰੂਪ ਇੱਥੇ ਬਿਰਾਜਮਾਨ ਹੋਇਆ। ਤਾਈਓ ਮਾਰੇ ਕਹਿੰਦੇ ਜਿੱਥੈ ਜਾਈਆ ਜਗਤ ਮੈਂ, ਕਹਿੰਦੇ ਦੁਨੀਆ ਵਿੱਚ, ਸੰਸਾਰ ਵਿੱਚ, ਜਗਤ ਵਿੱਚ ਜਿੱਥੇ ਮਰਜੀ ਚਲੇ ਜਾਓ, ਜਿੱਥੈ ਜਾਈਆ ਜਗਤ ਮੈਂ ਤਿੱਥੈ ਹਰ ਸਾਈਂ, ਕਹਿੰਦੇ ਉਹ ਹਰੀ ਸਾਈਂ ਪਰਮਾਤਮਾ ਵਾਹਿਗੁਰੂ ਹਰ ਇੱਕ ਜਗ੍ਹਾ ਮੌਜੂਦ ਆ, ਪਰ ਮਿਲੂਗਾ ਤੁਹਾਨੂੰ ਤਾਂ ਜਦੋਂ ਉਹਦੀ ਬੰਦਗੀ ਕਰੋਗੇ, ਉਹਦਾ ਸਿਮਰਨ ਕਰੋਗੇ। ਤਾਂ ਹੀ ਮਹਾਰਾਜ ਕਹਿੰਦੇ ਆ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ, ਕਹਿੰਦੇ ਅੱਗੇ ਉਹ ਆਪ ਹੀ ਤਾਂ ਹੈ, ਜਿੱਥੇ ਆਪਾਂ ਜਾਣੇ ਹਰ ਇੱਕ ਜਗ੍ਹਾ ਉਹੀ ਤਾਂ ਵਰਤਦਾ ਆ। ਹਰ ਇੱਕ ਜਗ੍ਹਾ ਸਾਨੂੰ ਸਵਾਸ ਆਉਂਦੇ ਆ, ਭਾਵੇਂ ਆਪਾਂ ਕੰਬਲ ਰਜਾਈ ਵਿੱਚ ਮੂੰਹ ਵੀ ਦਿੰਨੇ ਆ, ਉਹ ਸਵਾਸ ਤਾਂ ਵੀ ਦੇਈ ਜਾਂਦਾ, ਸਵਾਸ ਤਾਂ ਵੀ ਬੰਦ ਨਹੀਂ ਹੁੰਦਾ। ਮਹਾਰਾਜ ਗੁਰਬਾਣੀ 'ਚ ਕਹਿੰਦੇ ਆ ਪਰ ਜਿਹੜੇ ਮਨਮੁਖ ਜੀਵ ਹੁੰਦੇ ਨੇ, ਜਿਹੜੇ ਆਪਣੇ ਅੰਦਰ ਵੀ ਕੂੜ ਭਰਿਆ ਤੇ ਜ਼ੁਬਾਨ ਤੋਂ ਵੀ ਕੂੜ ਹੀ ਬੋਲਦੇ ਨੇ, ਸਤਿਗੁਰ ਕਹਿੰਦੇ ਆ ਉਹਨਾਂ ਦਾ ਮੂੰਹ ਫਿਟਕਾਰਿਆ ਜਾਂਦਾ ਫਿਰ ਦੁਨੀਆ ਵਿੱਚ ਵੀ, ਤੇ ਉੱਥੇ ਮਾਲਕ ਦੀ ਦਰਗਾਹ ਵਿੱਚ ਫਟਕਾਰ ਪੈਂਦੀ ਆ। ਮਾਰੇ ਕਹਿੰਦੇ ਕੁੜਿਆਰਾਂ ਕੇ ਮੂੰਹ ਫਿਟ ਕੀਆ ਹੈ, ਸੱਚ ਭਗਤ ਵਡਿਆਈ। ਪਰ ਜਿਹੜਾ ਭਗਤ ਆ ਉਹ ਸੱਚ ਦੀ ਪ੍ਰਾਪਤੀ ਕਰਦਾ, ਉਹਦੀ ਖੋਜ ਕਰਦਾ, ਉਹਨੂੰ ਵਡਿਆਈ ਮਿਲਦੀ ਆ। ਤੇ ਕੁੜਿਆਰਾਂ ਕੇ ਮੂੰਹ ਫਿਟ ਕੀਆ ਹੈ, ਤੇ ਜਿਹੜੇ ਕੁੜਿਆਰ ਹੁੰਦੇ ਨੇ, ਨਿੰਦਕ ਹੁੰਦੇ ਨੇ, ਨਿੰਦਿਆ ਚੁਗਲੀ ਕਰਨ ਵਾਲੇ, ਮਾਰੇ ਕਹਿੰਦੇ ਉਹਨਾਂ ਨੂੰ ਫਿਰ ਐਸੀ ਫਟਕਾਰ ਪੈਂਦੀ ਹੈ। ਸਤਿਗੁਰ ਅੱਗੇ ਸਮਝਾਉਂਦੇ ਸੱਚ ਸਾਹਿਬ ਸੱਚਾ ਨਿਆਉ ਹੈ, ਸਿਰ ਨਿੰਦਕ ਛਾਈ। ਮਾਰੇ ਕਹਿੰਦੇ ਪਰਮਾਤਮਾ ਆਪ ਨਿਆਉ ਕਰਨ ਵਾਲਾ ਆ ਹਰ ਇੱਕ ਜੀਵ ਦਾ। ਭਾਵੇਂ ਕੋਈ ਜੀਵ ਇੱਥੇ ਚੰਗਾ ਕੰਮ ਕਰਦਾ ਆ, ਭਾਵੇਂ ਕੋਈ ਜੀਵ ਇੱਥੇ ਮਾੜਾ ਬੁਰਾ ਕੰਮ ਕਰਦਾ, ਉਹਦਾ ਨਿਆਉ ਪਰਮਾਤਮਾ ਨੇ ਆਪ ਕਰਨਾ। ਤੇ ਜਿਹੜਾ ਨਿੰਦਿਆ ਕਰਦਾ ਆ, ਮਹਾਰਾਜ ਕਹਿੰਦੇ ਫਿਰ ਉਹਨੂੰ ਸਜ਼ਾ ਵੀ ਪਰਮਾਤਮਾ ਨੇ ਆਪ ਹੀ ਦੇਣੀ ਆ। ਮਹਾਰਾਜ ਕਹਿੰਦੇ ਸੱਚ ਸਾਹਿਬ ਸੱਚਾ ਨਿਆਉ ਹੈ, ਕਹਿੰਦੇ ਉਹ ਨਿਆਂ ਕਰਦਾ, ਕਿਸੇ ਨਾਲ ਅਨਿਆਂ ਨਹੀਂ ਕਰਦਾ ਕਿ ਇਹਨੇ ਬੰਦਗੀ ਕੀਤੀ ਹੈ ਤੇ ਇਹਦੇ ਨਾਲ ਅਨਿਆਂ ਕਰੂੰਗਾ, ਤੇ ਇਹਨੇ ਦੁਨੀਆ ਦੇ ਵਿੱਚ ਮੈਨੂੰ ਕਦੀ ਧਿਆਇਆ ਨਹੀਂ ਤੇ ਇਹਨੂੰ ਮੈਂ ਆਪਣੇ ਵਿੱਚ ਸਮਾ ਲੂੰਗਾ। ਕਹਿੰਦੇ ਨਹੀਂ, ਹਰ ਇੱਕ ਜੀਵ ਨਾਲ ਉਹ ਨਿਆਂ ਕਰਦਾ ਆ। ਮਹਾਰਾਜ ਕਹਿੰਦੇ ਸੱਚ ਸਾਹਿਬ ਸੱਚਾ ਨਿਆਉ ਹੈ, ਸਿਰ ਨਿੰਦਕ ਛਾਈ, ਜਨ ਨਾਨਕ ਸੱਚ ਅਰਾਧਿਆ, ਗੁਰਮੁਖ ਸੁਖ ਪਾਈ। ਮਹਾਰਾਜ ਕਹਿੰਦੇ ਜਿਸ ਗੁਰਮੁਖ ਨੇ ਉਸ ਸੱਚ ਪਰਮਾਤਮਾ ਨੂੰ ਅਰਾਧ ਲਿਆ ਨਾ, ਉਹਨੂੰ ਸੁਖ ਮਿਲਦਾ ਆ। ਉਹਨੂੰ ਫਿਰ ਸੰਸਾਰ ਦੀ ਸੋਭਾ